ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਬੇਅੰਤ ਸ਼ਰੁਤ ਵਿਦਿਆ ਅਪਰਾਧ। ਮੈਂ ਦਾਨਵ ਕਿਹ ਲੇਖੇ ਬਪੁਰਾ। ਔਰ ਨਹੀਂ ਕਉ ਗਤ ਜਾਣੇ। ਨਿਸ਼ਚੈ ਮੈਂ ਇੱਕ ਰੀਤ ਪਛਾਣੇ। ਕਹਿ ਬੇਅੰਤ ਸ਼ਰੁਤ ਵਿਦਿਆ ਅਪਰਾਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਕਰਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਸੰਧਿਆ ਦੇ ਸਮੇਂ ਤੋਂ ਸਤਿਗੁਰਾਂ ਦੇ ਸੋਹਣੇ ਦਰਬਾਰ ਦੀਵਾਨ ਸਜ ਰਹੇ ਹੈ। ਬੇਅੰਤ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜੀ ਕੀ ਧੁਰ ਕੀ ਬਾਣੀ ਸੋ ਦਰ ਰਹਿ ਰਾਸ ਸਾਹਿਬ ਦੇ ਜਾਪ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਹੁਣ ਜੋ ਆਪਾਂ ਰੋਜ਼ਾਨਾ ਹੀ ਨਿਤਨੇਮ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਪਵਿੱਤਰ ਇਤਿਹਾਸ ਪੜ੍ਹ ਸੁਣ ਰਹੇ ਹਾਂ, ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਭਗਤ ਪ੍ਰਹਿਲਾਦ ਜੀ ਦੇ ਕਥਾ ਦੇ ਜਿਹੜੇ ਪ੍ਰਸੰਗ ਚੱਲ ਰਹੇ ਹਨ ਤੇ ਭਗਤ ਪ੍ਰਹਿਲਾਦ ਜੀ ਨੇ ਆਪਣੀ ਸਾਰੀ ਕਥਾ ਜਿਹੜੀ ਹੈ ਭਾਈ ਬਾਲਾ ਜੀ ਨੂੰ ਸੁਣਾਈ। ਭਾਵੇਂ ਕਿ ਇਹ ਜਿਹੜੀ ਕਥਾ ਹੈ
ਉਹ ਪੁਰਾਣਾ ਵਿੱਚ ਵੀ ਇਸੇ ਤਰ੍ਹਾਂ ਹੀ ਆ। ਜਦੋਂ ਪੜ੍ਹਾਂਗੇ ਆਪਾਂ ਵਿਸ਼ਨੂੰ ਪੁਰਾਣ, ਇੱਥੇ ਹੁਣ ਪ੍ਰਤੱਖ ਰੂਪ ਵਿੱਚ ਹੀ ਭਗਤ ਪ੍ਰਹਿਲਾਦ ਜੀ ਨੂੰ ਭਾਈ ਬਾਲਾ ਜੀ ਨੇ ਕਿਹਾ ਹੈ ਕਿ ਮਹਾਰਾਜ ਭਗਤ ਜੀ, ਆਪਣੀ ਜਿਹੜੀ ਜੀਵਨੀ ਹੈ ਕਿਵੇਂ ਨਰਸਿੰਘ ਭਗਵਾਨ ਨੇ ਤੁਹਾਡੀ ਰੱਖਿਆ ਕੀਤੀ, ਅਤੇ ਉਹ ਤੁਸੀਂ ਆਪਣੀ ਕਥਾ ਸਾਰੀ ਵਿਸਥਾਰ ਨਾਲ ਦੱਸੋ, ਕਿਉਂਕਿ ਤੁਹਾਡਾ ਪ੍ਰਤੱਖ ਹੀ ਦਰਸ਼ਨ ਹੋ ਰਿਹਾ ਹੈ। ਫਿਰ ਭਗਤ ਪ੍ਰਹਿਲਾਦ ਜੀ ਨੇ ਜਿਵੇਂ ਆਪਣੀ ਕਥਾ ਸਾਰੀ ਸੁਣਾਈ ਕਿ ਜਦੋਂ ਇਹ ਭਾਈ ਬਾਲਾ ਜੀ, ਮੈਂ ਆਪਣੇ ਪਿਤਾ ਜੀ ਨੂੰ ਮਨ ਵੈਰੀ ਮਾਰਨ ਵਾਸਤੇ ਭਗਵਾਨ ਵਿਸ਼ਨੂੰ ਦੀ ਬੰਦਗੀ ਕਰਨ ਵਾਸਤੇ ਕਿਹਾ ਅਤੇ ਬੜੇ ਗੁੱਸੇ ਵਿੱਚ ਆਇਆ, ਨੇਤਰ ਲਾਲ ਕਰਦਾ ਹੋਇਆ ਕਹਿਣ ਲੱਗਾ, ਹੇ ਮੂਰਖ ਬੱਚੇ, ਤੂੰ ਪਿਤਾ ਨਾਲ ਆਪਣੀ ਜਿਹੜੀ ਜ਼ੁਬਾਨ ਲੜਾਉਣਾ ਹੈ, ਦੱਸ ਤੇਰਾ ਕੌਣ ਹੈ ਰਖਵਾਲਾ, ਕਿੱਥੇ ਹੈ ਤੇਰਾ ਰਖਵਾਲਾ ਜਿਹੜਾ ਬਚਾਉਣ ਵਾਲਾ, ਨਹੀਂ ਤੇ ਤੇਰਾ ਇੱਥੇ ਮੈਂ ਸੀਸ ਕੱਟ ਕੇ ਰੱਖ ਦਿਆਂਗਾ। ਕਾਢ ਖੜਗ ਕੋਪਿਓ ਰਿਸਾਏ, ਤੁਝ ਰਾਖਣ ਹਾਰੋ ਮੋਹੇ ਬਤਾਏ। ਭਗਤ ਕਬੀਰ ਜੀ ਨੇ ਲਿਖਿਆ ਵੀ ਤਲਵਾਰ ਖਿੱਚ ਕੇ ਤੇ ਕਹਿੰਦਾ ਵੀ ਦੱਸ ਤੇਰਾ ਰੱਖਣ ਵਾਲਾ ਕੌਣ ਹੈ। ਉਸ ਵੇਲੇ ਭਗਵਾਨ ਪ੍ਰਗਟੇ, ਪ੍ਰਭ ਥੰਬ ਤੇ ਨਿਕਸੈ ਕੈ ਵਿਸਥਾਰ, ਹਰਨਾਕਸ਼ ਵੇਦਿਓ ਨਖ ਵਿਦਾਰ। ਹਰਨਾਕਸ਼ ਨੂੰ ਉਸ ਵੇਲੇ ਨਿਗਲ ਕੇ ਥੰਮ ਵਿੱਚੋਂ ਪਾੜਿਆ, ਅਤੇ ਇੱਥੇ ਫਿਰ ਇਸ ਨੇ ਕੱਢ ਕੇ ਤਲਵਾਰ ਚਮਕਾਉਣਾ ਕੀਤੀ ਹੈ। ਕਹਿੰਦਾ ਵੀ ਦੱਸ ਤੇਰਾ ਰਖਵਾਲਾ ਕਿਹੜਾ, ਨਹੀਂ ਤੇ ਤੈਨੂੰ ਹੁਣੇ ਮੈਂ ਜਮ ਦੇ ਧਾਮ ਪਹੁੰਚਾ ਦਿਆਂਗਾ। ਫਿਰ ਉਸ ਵੇਲੇ ਭਗਤ ਮਹਾਰਾਜ ਜੀ ਨੇ ਕਿਹਾ, ਪਿਤਾ ਜੀ, ਉਹ ਪਰਮੇਸ਼ਰ ਤੇ ਸਾਰੇ ਥਾਂ ਪਰਿਪੂਰਨ ਹੈ। ਧਿਆਨ ਨਾਲ ਦੇਖੋ, ਆ ਥੰਮਲੇ ਵਿੱਚ ਵੀ ਉਹ ਹੈ, ਉਹਦੇ ਬਿਨਾਂ ਤੇ ਥੰਮ ਵੀ ਜਿਹੜਾ ਟਿਕ ਨਹੀਂ ਸਕਦਾ, ਉਹਦੇ ਆਸਰੇ ਤੇ ਸਾਰੇ ਖੜੇ ਹੈ। ਜੋ ਦੀਵਾਰਾਂ, ਜੋ ਪਹਾੜ, ਜੋ ਸਮੁੰਦਰ, ਜੋ ਬਨਸਪਤੀ, ਆਕਾਸ਼, ਮੈਂ ਥੰਮਾ ਗਗਨ ਰਹਾਇਆ, ਉਹ ਪਰਮਾਤਮਾ ਨੇ ਦੇ ਆਪਣੇ ਆਸਰੇ, ਨਾਮ ਦੇ ਆਸਰੇ ਸਭ ਕੁਝ ਟਿਕਾਇਆ ਹੋਇਆ, ਅਤੇ ਥੰਮ ਵਿੱਚ ਵੀ ਪਿਤਾ ਜੀ ਹੈ। ਕਹਿੰਦਾ, ਉਹ ਮੂਰਖ ਬੱਚੇ ਆ, ਦਿਸ ਤੇ ਮੈਨੂੰ ਕਿਤੇ ਰਿਹਾ ਨਹੀਂ ਤੇਰਾ ਭਗਵਾਨ। ਇੰਨਾ ਹੀ ਕਹਿ ਕੇ ਫਿਰ ਗੁੱਸੇ ਵਿੱਚ ਆ ਕੇ ਉਹ ਤਲਵਾਰ ਦੀ ਮੁੱਠੀ ਜੀ ਮਾਰੀ। ਐਸਾ ਭਿਆਨਕ ਆਵਾਜ਼ਾ ਹੋਇਆ, ਕਹਿੰਦੇ ਬ੍ਰਹਮਪੁਰੀ ਵਿੱਚ ਜਾ ਕੇ ਆਵਾਜ਼ ਗਈ। ਉਹ ਥੰਮ ਵਿੱਚੋਂ ਐਸੀ ਆਵਾਜ਼ ਆਈ ਹੈ, ਤਿੰਨੇ ਲੋਕ ਹੀ ਤਰਬਕ ਗਏ ਹੈ। ਸਾਰੇ ਜਗਤ ਦੇ ਲੋਕ ਪ੍ਰਲਯ ਕਾਲ ਦਾ ਸਮਾਂ ਸਮਝ ਗਏ ਵੀ ਹੁਣ ਅਸੀਂ ਮਰਾਂਗੇ, ਘਾਬਰ ਗਏ। ਪਰ ਹਰਨਾਕਸ਼, ਜਿਸ ਨੂੰ ਬੜਾ ਹੰਕਾਰ ਚੜ੍ਹਿਆ ਹੋਇਆ ਸੀ, ਇਹਨੂੰ ਹੁਣ ਦਿਸ ਨਹੀਂ ਸੀ ਰਿਹਾ, ਹੈਰਾਨ ਤੇ ਵੀ ਹੋ ਗਿਆ। ਫਿਰ ਭਗਵਾਨ ਨਰਸਿੰਘ ਰੂਪ ਹੋ ਕੇ ਪ੍ਰਗਟੇ। ਉੱਪਰਲਾ ਹਿੱਸਾ ਜਿਹੜਾ ਸ਼ੇਰ ਦਾ, ਥੱਲੜਾ ਹਿੱਸਾ ਮਨੁੱਖ ਦਾ, ਜਿਹਦੇ ਕਰਕੇ ਨਰਸਿੰਘ ਨਾਮ ਪਿਆ ਹੈ। ਨਰ ਕਹੀਦਾ ਮਨੁੱਖ ਨੂੰ, ਸਿੰਘ ਕਹੀਦਾ ਸ਼ੇਰ ਨੂੰ। ਉਹ ਪ੍ਰਗਟੇ ਹੈ। ਹਰਨਾਕਸ਼ ਨੇ ਗੁਰਜ ਫੜ ਲਿਆ, ਉਹ ਮਾਰਨ ਦੀ ਕੋਸ਼ਿਸ਼ ਕੀਤੀ ਹੈ ਭਗਵਾਨ ਦੇ, ਪਰ ਭਗਵਾਨ ਨੂੰ ਕਿਹੜਾ ਮਾਰ ਸਕਦਾ ਹੈ। ਇੱਧਰ ਉੱਧਰ ਦਾ ਘਾਹ ਮਾਰਨ ਲੱਗਾ। ਭਗਵਾਨ ਨੇ ਇਹਨੂੰ ਐਂ ਫੜ ਲਿਆ ਜਿਵੇਂ ਗਰੜ ਸੱਪ ਨੂੰ ਫੜ ਲੈਂਦਾ ਹੈ। ਫਿਰ ਛੁੱਟਣ ਦੀ ਕੋਸ਼ਿਸ਼ ਕੀਤੀ ਇਹਨੇ, ਅਤੇ ਨਰਸਿੰਘ ਭਗਵਾਨ ਨੇ ਇਹਨੂੰ ਫਿਰ ਛੱਡ ਦਿੱਤਾ। ਉਹ ਲੀਲਾ ਕਰਨ ਵਾਸਤੇ। ਇੱਧਰ ਦੇਵ ਲੋਕ ਵਿੱਚ ਜਿਹੜੇ ਦੇਵਤੇ, ਉਹਨਾਂ 'ਚ ਹਾਹਾਕਾਰ ਮੱਚੀ ਹੋਈ ਹੈ ਵੀ ਹਰਨਾਕਸ਼ ਬੜਾ ਮਹਾਂਬਲੀ ਹੈ, ਜਿਹਨੇ ਸਾਨੂੰ ਵੀ ਦੇਵ ਲੋਕ ਵਿੱਚੋਂ ਕੱਢ ਦਿੱਤਾ ਹੈ। ਅਤੇ ਇਹ ਤਾਂ ਜਿਹੜਾ ਨਰਸਿੰਘ ਤੋਂ ਵੀ ਬਲੀ ਹੈ, ਖਤਮ ਕਰ ਦੇਗਾ ਲੱਗਦਾ। ਪਰ ਉਹ ਭੇਦ ਨਹੀਂ ਸੀ ਜਾਣਦੇ ਵੀ ਜਿਵੇਂ ਗਰੜ, ਉਹ ਕਿੰਨਾ ਵੀ ਤਗੜਾ ਸੱਪ ਹੋਵੇ, ਉਹਨੂੰ ਕਦੀ ਫੜ ਲੈਂਦੇ, ਕਦੀ ਛੱਡ ਦਿੰਦਾ ਹੈ। ਇਹ ਭਗਵਾਨ ਨੇ ਲੀਲਾ ਕੀਤੀ। ਜਦੋਂ ਇਹ ਨਾ ਹੀ ਹਟਿਆ,
ਛੁੱਟ ਕੇ ਗੱਜਿਆ ਬੜਾ ਹੰਕਾਰ ਵਿੱਚ ਹਰਨਾਕਸ਼। ਨਰਸਿੰਘ ਭਗਵਾਨ ਨੇ ਉਸੇ ਵੇਲੇ ਫਿਰ ਜਿਵੇਂ ਡੱਡੂ ਜਿਹੜਾ ਸੱਪ ਫੜ ਲੈਂਦਾ ਹੈ, ਇਵੇਂ ਇਹਨੂੰ ਦਬੋਚ ਲਿਆ। ਫਿਰ ਇਹ ਲੱਤਾਂ ਮਾਰਦਾ, ਤੜਫਦਾ ਹੈ, ਛੁੱਟਣ ਪੈਂਦਾ, ਛੁੱਟਿਆ ਨਹੀਂ ਜਾਂਦਾ। ਇਹਨੂੰ ਫਿਰ ਫੜ ਕਰਕੇ ਭਗਵਾਨ ਨੇ ਜਿਹੜਾ ਹੈ ਇਹਦੇ ਕੇਸਾਂ ਤੋਂ ਪਕੜ ਕੇ, ਹਰਨਾਕਸ਼ ਦੇ ਕੇਸ ਸਨ ਉਸ ਵੇਲੇ, ਅਤੇ ਜਿਹੜੀ ਹੈ ਸਭਾ ਦੀ ਡਿਉੜੀ ਸੀ, ਉਹ ਡਿਉੜੀ ਦੇ ਦਰਵਾਜ਼ੇ ਦੇ ਵਿੱਚ ਲੈ ਕੇ ਤੇ ਆਪਣੇ ਪੱਟਾਂ ਉੱਪਰ ਕਰ ਲਿਆ। ਸਰੂਪ ਬੜਾ ਤਗੜਾ ਬਣਾਇਆ ਹੋਇਆ ਸੀ, ਹਰਨਾਕਸ਼ ਵੀ ਸਰੀਰ ਦਾ ਬਹੁਤ ਤਗੜਾ ਸੀ। ਅਤੇ ਉੱਥੇ ਡਿਉੜੀ ਦੇ ਵਿੱਚ ਦਰਵਾਜ਼ੇ 'ਚ ਕਰਕੇ ਇਹਨੂੰ ਪੁੱਛਿਆ ਵੀ ਦੱਸ ਹਰਨਾਕਸ਼, ਤੂੰ ਹੁਣ ਘਰ ਦੇ ਅੰਦਰ ਤੇ ਨਹੀਂ ਹੈ, ਬਾਹਰ ਤੇ ਨਹੀਂ ਹੈ, ਕਿਉਂਕਿ ਤੂੰ ਵਰ ਲਿਆ ਹੈ। ਕਹਿੰਦਾ ਭਗਵਾਨ ਹਾਂ, ਮੈਂ ਨਾ ਘਰ ਦੇ ਅੰਦਰ ਨਾ ਬਾਹਰ ਹਾਂ, ਕਿਉਂਕਿ ਡਿਉੜੀ ਵਿੱਚ ਸੀ ਅਤੇ ਡਿਉੜੀ ਦੇ ਦਰਵਾਜ਼ੇ ਵਿੱਚ ਸੀ। ਹੁਣ ਡਿਉੜੀ ਜਿਹੜੀ ਨਾ ਘਰ ਦੇ ਅੰਦਰ ਹੁੰਦੀ ਹੈ ਨਾ ਬਾਹਰ ਹੀ ਹੁੰਦੀ ਹੈ, ਉਹ ਵਿਚਕਾਰ ਹੁੰਦੀ ਹੈ। ਅਤੇ ਇਸੇ ਤਰ੍ਹਾਂ ਫਿਰ ਇਹਨੂੰ ਮਾਰਿਆ। ਉਹ ਨਹੁੰਆਂ ਦੇ ਨਾਲ ਇਹਨੂੰ ਪਾੜ ਸੁੱਟਿਆ, ਛਾਤੀ ਤੱਕ ਇਹਨੂੰ ਚੀਰ ਦਿੱਤਾ ਹਰਨਾਕਸ਼ ਨੂੰ। ਹਰਨਾਕਸ਼ ਉਸ ਵੇਲੇ ਜਿਹੜਾ ਖਤਮ ਹੋ ਗਿਆ। ਜਦੋਂ ਇਹਨੂੰ ਮਾਰਿਆ, ਨਾ ਤੇ ਉਦੋਂ ਦਿਨ ਸੀ ਨਾ ਰਾਤ ਸੀ, ਸੰਧਿਆ ਦਾ ਸਮਾਂ ਸੀ। ਇਹਨੇ ਵਰ ਲਿਆ ਸੀ ਵੀ ਮੈਂ ਨਾ ਜਲ 'ਚ ਮਰਾਂ ਨਾ ਅਗਨੀ 'ਚ ਮਰਾਂ। ਉੱਥੇ ਨਾ ਅੱਗ ਹੀ ਸੀ ਨਾ ਜਾਲੀ ਸੀ। ਫਿਰ ਇਹਨੇ ਵਰ ਲਿਆ ਸੀ ਵੀ ਮੈਂ ਸ਼ਸਤਰ ਨਾਲ ਕਿਸੇ ਵੀ ਸ਼ਸਤਰ ਜਾਤੀ ਨਾਲ ਨਾ ਮਰਾਂ। ਹੁਣ ਜਿਹੜੇ ਨਹੁੰ ਹੈ ਉਹ ਕੋਈ ਸ਼ਸਤਰ ਜਾਤੀ ਨਹੀਂ ਹੈ, ਅਤੇ ਨਹੁੰ ਇਹ ਫਿਰ ਕਹਿੰਦਾ ਸੀ ਮੈਂ ਨਾ ਮਰਿਆ ਕੋ ਮਰਾਂ ਨਾ ਕਿਸੇ ਜੀਂਦੇ ਕੋ ਮਰਾਂ। ਜਿਹੜੇ ਨਹੁੰ ਹੈ ਉਹ ਨਾ ਮਰਿਆਂ ਵਿੱਚ ਆਉਂਦੇ ਨਾ ਜੀਂਦਿਆਂ ਵਿੱਚ ਹੀ ਆਉਂਦੇ ਹੈ, ਕਿਉਂਕਿ ਜੇ ਨਹੁੰ ਆਪਾਂ ਕੱਟਦੇ ਹਾਂ ਅਤੇ ਸਾਨੂੰ ਪੀੜ ਨਹੀਂ ਹੁੰਦੀ, ਉਹ ਮਰਿਆ ਸਮਾਨ ਹੈ। ਪਰ ਨਹੁੰ ਵੱਧਦੇ ਹੈ, ਇਸ ਕਰਕੇ ਜੀਂਦਿਆਂ ਸਮਾਨ ਵੀ ਹੈ। ਇਹਨੂੰ ਨਹੁੰਆਂ ਨਾਲ ਮਾਰਿਆ। ਫਿਰ ਉਸ ਵੇਲੇ ਨਾ ਧਰਤੀ ਸੀ ਨਾ ਆਕਾਸ਼, ਕਿਉਂਕਿ ਭਗਵਾਨ ਨੇ ਇਹਨੂੰ ਪੱਟਾਂ 'ਤੇ ਰੱਖਿਆ ਹੋਇਆ ਸੀ। ਅਤੇ ਇੱਕ ਇਹਨੇ ਵਰ ਲਿਆ ਸੀ ਕਿ ਮੈਂ 12 ਮਹੀਨਿਆਂ ਵਿੱਚ ਨਾ ਮਰਾਂ, ਅਤੇ ਉਹ 12 ਮਹੀਨੇ ਨਹੀਂ, ਭਗਵਾਨ ਨੇ ਇਹਨੂੰ 13ਵੇਂ ਮਹੀਨੇ ਮਾਰਿਆ, ਜਿਹੜਾ ਚੰਦਰਮਾ ਦਾ 13ਵਾਂ ਮਹੀਨਾ, ਲੌਂਦ ਦਾ ਮਹੀਨਾ, ਮਲਮਾਸ ਦਾ ਮਹੀਨਾ ਆਉਂਦਾ ਹੈ 3 ਸਾਲਾਂ ਬਾਅਦ, ਜਿਹਦੇ ਵਿੱਚ ਹੋਲਾ ਮਹੱਲਾ ਵੀ ਅੱਗੇ ਪਿੱਛੇ ਹੋ ਜਾਂਦਾ ਹੈ। ਉਹ ਪਰ ਉਹਦੇ ਵਿੱਚ ਸੰਗਰਾਂਦ ਨਹੀਂ ਹੁੰਦੀ, ਚੰਦਰਮਾ ਦੇ ਸੁਧੀ ਵਧੀ ਪੱਖ ਨਾਲ ਇਹ ਮਹੀਨਾ ਹੁੰਦਾ। ਫਿਰ ਇਸ ਨੂੰ 13ਵੇਂ ਮਹੀਨੇ ਦੇ ਵਿੱਚ ਮਾਰਿਆ, ਇਹਦੇ ਸਾਰੇ ਵਰ ਪੂਰੇ ਕਰਕੇ। ਜਿਸ ਹਰਨਾਕਸ਼ ਨੇ ਜਿਹੜਾ ਹੈ ਭਗਤ ਪ੍ਰਹਿਲਾਦ ਜੀ ਨੂੰ, ਜੋ ਇੱਥੇ ਨਹੀਂ ਆਇਆ, ਕਿ ਧਰਤੀ ਵਿੱਚ ਵੀ ਗੱਡਿਆ ਸੀ, ਪਰ ਉਹਦੇ ਧਰਤੀ ਉਸ ਵੇਲੇ ਧਰਤੀ ਸਾਰੀ ਪਾਟ ਗਈ। ਪ੍ਰਹਿਲਾਦ ਭਗਤ ਫਿਰ ਉਸੇ ਤਰ੍ਹਾਂ ਖੁੱਲ੍ਹੇਆਮ ਹੋ ਗਿਆ। ਸੱਪਾਂ ਕੋ ਡਸਵਾਇਆ, ਹਾਥੀ ਕੋ ਕੁਚਲਣਾ ਚਾਹਿਆ, ਪਰ ਹਾਥੀ ਦੇ ਮੱਥਾ ਟੇਕ ਕੇ ਸ਼ਾਂਤ ਹੋ ਗਿਆ। ਸੱਪ ਛੱਡੇ, ਸੱਪ ਨੇ ਡਸਣਾ ਚਾਹਿਆ ਵੀ ਡਸਵਾ ਦੇਈਏ, ਸੱਪ ਸਾਰੇ ਗਲ ਦੀਆਂ ਮਾਲਾ ਬਣ ਗਏ। ਕੋਈ ਚਰਨਾਂ 'ਤੇ ਬਹਿ ਗਿਆ, ਕੋਈ ਹੱਥਾਂ 'ਤੇ ਚੜ੍ਹ ਗਿਆ, ਕਿਸੇ ਸੱਪ ਨੇ ਡੱਸਿਆ ਨਹੀਂ ਭਗਤ ਪ੍ਰਹਿਲਾਦ ਜੀ ਨੂੰ। ਜ਼ਹਿਰ ਪਾਈ ਰੋਟੀ ਵਿੱਚ, ਉਹ ਵੀ ਅਸਰ ਨਹੀਂ ਕੀਤਾ। ਇਸ ਤਰ੍ਹਾਂ ਜਿਹੜੀ ਦੀ ਭਗਤ ਪ੍ਰਹਿਲਾਦ ਜੀ ਦੀ ਭੂਆ ਸੀ ਹੋਲਕਾ, ਜਿੱਥੋਂ ਹੋਲੀ ਚੱਲੀ ਹੈ, ਹੋਲੀ ਤਿਉਹਾਰ ਮਨਾਉਂਦੇ ਆ ਹਿੰਦੂ ਮੱਤ 'ਚ, ਉਹਨੂੰ ਸ਼ਿਵ ਜੀ ਨੂੰ ਵਾਰ ਸੀ ਵੀ ਆਹ ਕੱਪੜਾ ਲੈ ਕੇ ਤੂੰ ਅਗਨੀ ਵਿੱਚ ਬੈਠ ਜਾਏਂਗੀ ਅਤੇ ਤੂੰ ਸੜੇਂਗੀ ਮੱਚੇਂਗੀ ਨਹੀਂ। ਇਹਨੇ ਪ੍ਰਹਿਲਾਦ ਭਗਤ ਜੀ ਦੇ ਪਿਤਾ ਨੂੰ ਕਿਹਾ ਵੀ ਮੈਨੂੰ ਤੂੰ ਪ੍ਰਹਿਲਾਦ ਨੂੰ ਫੜਾ ਦੇ, ਮੈਂ ਅੱਗ 'ਚ ਲੈ ਕੇ ਬੈਠ ਜਾਵਾਂਗੀ, ਲੱਕੜਾਂ ਚੰਗੀਆਂ ਬਣਾ ਦਿਓ, ਆਪੇ ਇਹ ਪ੍ਰਹਿਲਾਦ ਸੜ ਜਾਏਗਾ ਅਤੇ ਮੈਂ ਬਚ ਹੀ ਜਾਣਾ, ਮੇਰੇ ਕੋਲ ਤਾਂ ਉਹ ਵਾਰ ਹੈ। ਉੱਥੇ ਵੀ ਭਗਵਾਨ ਨੇ ਰੱਖਿਆ ਕੀਤੀ, ਅਤੇ ਜਿਹੜਾ ਉਹ ਹੋਲਕਾ 'ਤੇ ਸੜ ਗਈ, ਅਤੇ ਜਿਹੜਾ ਕੱਪੜਾ ਸਾਰਾ ਭਗਤ ਪ੍ਰਹਿਲਾਦ ਜੀ 'ਤੇ ਆ ਗਿਆ। ਐਵੇਂ
ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ ਹੈ ਕਿ ਹੇ ਪਰਮੇਸ਼ਰ, ਜੁਗ ਜੁਗ ਭਗਤਾਂ ਕੀ ਰੱਖਦਾ ਆਇਆ ਤੂੰ ਜੁਗਾਂ ਜੁਗਾਂ ਵਿੱਚ ਭਗਤਾਂ ਦੀ ਰੱਖੀ ਹੈ। ਪ੍ਰਹਿਲਾਦ ਜਨ ਤੁਧ ਰਾਖ ਲੀਏ, ਹਰ ਜੀਓ ਹਰਨਾਕਸ਼ ਮਾਰ ਪਚਾਇਆ। ਤੇ ਹਰਨਾਕਸ਼ ਨੂੰ ਜਿਹੜਾ ਖਤਮ ਕੀਤਾ, ਬੇਮੁਖ ਪਕੜ ਪਛਾੜਿਆਨ, ਸੰਤ ਸਹਾਈ ਯਾਦ ਜਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਸਾਰੇ ਦੇਵਤਿਆਂ ਨੇ ਵੀ ਜੈ ਜੈਕਾਰਾਂ ਕੀਤੀਆਂ। ਇਹ ਪ੍ਰਸੰਗ ਆਪਾਂ ਸਰਵਣ ਕਰ ਰਹੇ ਸਾਂ। ਜਿਵੇਂ ਫਿਰ ਭਗਵਾਨ ਸ਼ਾਂਤ ਨਹੀਂ ਹੁੰਦੇ ਸੀ, ਉਹ ਨਰਸਿੰਘ ਰੂਪ ਵਿੱਚ ਸਾਰਾ ਜਗਤ, ਦੇਵਤੇ 33 ਕਰੋੜ, ਯਖ ਕੁਬੇਰ, ਇਹ ਸਾਰੇ ਜਿਹੜੇ ਵਿਆਕਲ ਹੋਏ ਸਨ, ਡਰੇ ਸਨ। ਤੇ ਉਸ ਵੇਲੇ ਬ੍ਰਹਮਾ ਨੇ ਲక్ష్ਮੀ ਨੂੰ ਕਿਹਾ ਵੀ ਲక్ష్ਮੀ ਮਾਤਾ, ਤੁਸੀਂ ਜਾ ਕੇ ਭਗਵਾਨ ਨੂੰ ਸ਼ਾਂਤ ਕਰੋ। ਤੁਹਾਡੇ ਪਤੀ ਹੈ ਦੇਵ ਕੁਲੀ ਲక్ష్ਮੀ ਕੋ ਕਰਹਿ ਜੈਕਾਰ। ਗੁਰਬਾਣੀ 'ਚ ਲਿਖਿਆ ਹੈ ਵੀ ਦੇਵਤਿਆਂ ਦੀ ਕੁਲਾਂ ਸਾਰੀਆਂ ਮਾਤਾ ਲక్ష్ਮੀ ਨੂੰ ਜੈਕਾਰਾਂ ਕਰਦੇ ਵੀ ਆਪ ਜੀ ਸ਼ਾਂਤ ਕਰੋ, ਆਪ ਹੀ ਕਰ ਸਕਦੇ ਹੋ। ਮਾਤਾ ਨਰਸਿੰਘ ਰੂਪ ਨਿਵਾਰ, ਇਹ ਭਗਵਾਨ ਦਾ ਰੂਪ ਨਿਵਾਰ ਨਾ ਕਰੋ। ਜਿਹੜੀ ਹੈ ਲక్ష్ਮੀ ਉਸ ਵੇਲੇ ਨੇੜੇ ਗਈ ਹੈ, ਪਰ ਉਹ ਵੀ ਡਰ ਗਏ, ਕੁਝ ਨਹੀਂ ਹੋਇਆ। ਕਹਿੰਦੇ ਵੀ ਬ੍ਰਹਮਾ, ਮੈਂ ਵੀ ਅੱਜ ਡਰ ਰਹੀ ਹਾਂ, ਐਸਾ ਭਿਆਨਕ ਸਰੂਪ ਨਾ ਮੈਂ ਦੇਖਿਆ ਨਾ ਮੈਂ ਸੁਣਿਆ ਹੀ ਹੈ। ਫਿਰ ਦੇਵਤਿਆਂ ਨੇ ਜਿਵੇਂ ਹੱਥ ਜੋੜ ਕੇ ਪ੍ਰਹਿਲਾਦ ਜਨ ਚਰਨੀ ਲਾਗਾ ਆਏ। ਭਗਤ ਪ੍ਰਹਿਲਾਦ ਜੀ ਭਗਵਾਨ ਦੇ ਚਰਨਾਂ ਨਾਲ ਲੱਗੇ ਤੇ ਬੇਨਤੀ ਕੀਤੀ ਹੈ, ਜਿਵੇਂ ਫਿਰ ਭਗਤਾਂ ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਉਹ ਭਗਤਾਂ ਦੇ ਵਸ ਹੋਏ ਭਗਵਾਨ ਨੇ ਉਹ ਸ਼ਾਂਤੀ ਕੀਤੀ ਹੈ, ਪ੍ਰੇਮ ਕੀਤਾ ਭਗਤ ਪ੍ਰਹਿਲਾਦ ਜੀ ਨਾਲ। ਉਹ ਪ੍ਰਸੰਗ ਰਿੰਦਾ ਅੱਜ ਆ ਰਿਹਾ ਹੈ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿ ਬੇਅੰਤ ਸ਼ਰੁਤ ਵਿਦਿਆ ਅਪਰਾ। ਜਦੋਂ ਦੇਵਤਿਆਂ ਦੇ ਕਹਿਣੇ ਕਰਕੇ ਭਗਤ ਪ੍ਰਹਿਲਾਦ ਜੀ ਨਰਸਿੰਘ ਭਗਵਾਨ ਦੇ ਚਰਨਾਂ ਵਿੱਚ ਗਏ ਹੈ, ਉਹ ਮੱਥਾ ਟੇਕਿਆ ਤੇ ਉਸਤਤ ਕੀਤੀ, ਹੈ ਦੀਨਾ ਬੰਧੂ ਅੰਤਰਜਾਮੀ ਭਗਵਾਨ, ਤੂੰ ਹੀ ਕਿਰਪਾ ਕਰ, ਸ਼ਾਂਤ ਹੋ ਹੁਣ। ਇਹ ਸਾਰੇ ਜਿਹੜੇ ਦੇਵਤੇ ਹੈ, ਬ੍ਰਹਮਾ, ਸ਼ਿਵ ਜੀ, ਕੁਬੇਰ, ਇੰਦਰ, ਯਖ, ਕਿੰਨਰ, ਗੰਧਰਵ, 33 ਕਰੋੜ ਦੇਵਤੇ। ਮਹਾਰਾਜ ਹੈ ਭਗਵਾਨ, ਇਹ ਕੋਈ ਨਹੀਂ ਜਿਹੜਾ ਤੁਹਾਡੇ ਭੇਦ ਜਾਣ ਸਕਦਾ, ਥੋੜ੍ਹਾ ਮਾਤਰ ਵੀ ਤੁਹਾਡਾ ਭੇਦ ਨਹੀਂ ਜਾਣ ਸਕਦੇ। ਫਿਰ ਭਗਤ ਪ੍ਰਹਿਲਾਦ ਜੀ ਨੇ ਕਿਹਾ, ਹੈ ਭਗਵਾਨ, ਤੁਹਾਨੂੰ ਤੇ ਜਿਹੜੀ ਵੇਦਾਂ ਦੀ ਵਿੱਦਿਆ ਹੈ, ਉਹ ਵੀ ਪਰਾ ਤੇ ਅਪਰਾ ਜੋ ਵਿੱਦਿਆ, ਉਹ ਵੀ ਬੇਅੰਤ ਬੇਨਤੀ ਕਹਿੰਦੀ ਹੈ, ਤੁਹਾਡਾ ਅੰਤ ਨਹੀਂ ਜਾਣ ਸਕੀ। ਇੱਕ ਤੇ ਵੇਦਾਂ ਵਿੱਚ ਪਰਾ ਵਿੱਦਿਆ ਹੈ, ਉਪਨਿਸ਼ਦਾਂ ਵਿੱਚ ਦੱਸੀ ਹੋਈ। ਇੱਕ ਅਪਰਾ ਵਿੱਦਿਆ ਹੈ, ਜਿਹਦੇ ਵਿੱਚ ਤੇ ਆ ਬ੍ਰਹਮ ਸਰੂਪ ਦਾ ਕਥਨ ਕੀਤਾ ਜਾਂਦਾ ਹੈ ਕਿ ਉਹ ਬ੍ਰਹਮ ਆਤਮ ਸਰੂਪ ਹੈ, ਅਜਰ ਹੈ, ਚੇਤਨਯ ਹੈ, ਅਚੁੱਤ ਹੈ, ਸਤ ਚੇਤਨ ਆਨੰਦ ਹੈ, ਸਾਖੀ ਹੈ, ਕੁਟਸਥ ਹੈ, ਆਕਿਰਿਆ ਹੈ। ਉਹਨੂੰ ਪਰਾ ਵਿੱਦਿਆ ਕਿਹਾ ਜਾਂਦਾ ਹੈ। ਜਿਵੇਂ ਅਧਿਆਤਮ ਪ੍ਰਕਾਸ਼ ਗ੍ਰੰਥ ਪੜ੍ਹਿਆ ਜਾਂਦਾ ਹੈ ਵਿਦਾਨ ਦਾ, ਤੇ ਉਹਦੇ ਵਿੱਚ ਜਿਹੜੇ ਵੇਦਾਂ ਦੇ 4 ਮਹਾਵਾਕ, ਅਹੰ ਬ੍ਰਹਮਾਸਮੀ, ਤਤਵਮਸੀ, ਇਹ 4 ਵੇਦਾਂ ਦੇ ਮਹਾਵਾਕ ਹੈ। ਉਹਨਾਂ ਦੇ ਅੱਗੇ 12 ਜਿਹੜੇ ਵਾਕ ਕੀਤੇ ਹੋਏ ਹੈ, 3-3 ਹਿੱਸੇ ਕਰਕੇ 4 ਵਾਕਾਂ ਦੇ। ਉਹਨਾਂ ਵਿੱਚ ਬ੍ਰਹਮ ਦਾ ਤੇ ਆਤਮਾ ਦਾ ਕਥਨ ਕੀਤਾ ਹੈ 12 ਨਾਮ ਲੈ ਕੇ। ਉਹਨੂੰ ਕਹੀਦਾ ਹੈ ਪਰਾ ਵਿੱਦਿਆ, ਜਿਹੜੀ ਵੇਦਾਂ ਵਿੱਚ ਦੱਸੀ ਹੋਈ ਹੈ।
ਤੇ ਜਿਹੜੀ ਅਪਰਾ ਵਿਦਿਆ ਉਹ ਹੈ ਜਿਹਦੇ ਵਿੱਚ ਬ੍ਰਹਮ ਦਾ ਕਥਨ ਨਾ ਕੀਤਾ ਹੋਏ। ਜਿਵੇਂ ਆ ਹੁਣ ਖੇਤੀਆਂ ਕੀਤੀਆਂ ਜਾਂਦੀਆਂ, ਇਹਨਾਂ 'ਤੇ ਕਿਤਾਬਾਂ ਬਣੀਆਂ ਹੋਈਆਂ ਵੀ ਇਸ ਤਰ੍ਹਾਂ ਖੇਤੀ ਬੀਜੋ, ਇਹਨਾਂ ਦਿਨਾਂ 'ਚ ਬੀਜੋ, ਇਸ ਜਿਹੜੀ ਆ ਇਹਨੂੰ ਦਵਾਈ ਪਾਓ, ਫਿਰ ਜਾ ਕੇ ਵਧੀਆ ਹੋਏਗੀ ਫਸਲ। ਇਹ ਵੀ ਇੱਕ ਵਿਦਿਆ ਹੀ ਹੈ। ਜੋਤਿਸ਼ ਵਿਦਿਆ ਹੈ, ਰਾਗ ਵਿਦਿਆ ਹੈ, ਇਸੇ ਤਰ੍ਹਾਂ ਸੰਗੀਤ ਦੀ ਵਿਦਿਆ, ਜੋੜੀ ਦੀ ਵਿਦਿਆ, ਤੇ ਵੈਦਿਕ ਮਤ ਦੀ ਵਿਦਿਆ ਹੈ ਵੀ ਆਹ ਦਵਾਈ ਇਵੇਂ ਬਣੇਗੀ, ਇਹਨੂੰ ਇਵੇਂ ਖਾਓਗੇ, ਆਹ ਲੱਛਣਾਂ ਨਾਲ ਤੁਸੀਂ ਠੀਕ ਹੋ ਜਾਓਗੇ, ਇਹਦੋਂ ਵਰਤਣੀ ਹੈ। ਫਿਰ ਪੌਦਿਆਂ ਦੀ ਜਾਣਕਾਰੀ ਦੀ ਵਿਦਿਆ ਹੈ ਵੀ ਆਹ ਪੌਦੇ ਦਾ ਆਹ ਜਿਹੜਾ ਲਾਹਾ ਹੈ, ਇਹਦੇ ਨਾਲ ਆਹ ਨੁਕਸਾਨ ਹੈ। ਇਹ ਸਭ ਵਿਦਿਆ 14 ਪ੍ਰਕਾਰ ਦੀ ਵਿਦਿਆ ਹੈ। ਉਂਝ ਸਾਰੀ 64 ਪ੍ਰਕਾਰ ਦੀ ਵੀ ਲਿਖੀ ਹੋਈ, 14 ਵਿੱਚੋਂ 2 ਪ੍ਰਕਾਰ ਦੀ ਵਿਦਿਆ ਜਿਹੜੀ ਮੁੱਖ ਹੈ ਕਿ ਜਿਹਦੇ ਵਿੱਚ ਬ੍ਰਹਮ ਸਰੂਪ ਪਰਮੇਸ਼ਰ ਦਾ ਕਥਨ ਕੀਤਾ ਜਾਵੇ, ਉਹਨੂੰ ਪਰਾ ਵਿਦਿਆ ਕਿਹਾ ਜਾਂਦਾ ਹੈ। ਤੇ ਜਿਹੜੀ ਉਸ ਤੋਂ ਹੋਰ ਜਿਹਦੇ ਵਿੱਚ ਬ੍ਰਹਮ ਦਾ ਪਰਮੇਸ਼ਰ ਦਾ ਕਥਨ ਨਾ ਹੋਵੇ, ਉਹ ਅਪਰਾ ਵਿਦਿਆ ਹੈ। ਭਗਤ ਮਹਾਰਾਜ ਕਹਿੰਦੇ, ਹੇ ਭਗਵਾਨ, ਇਹ ਜਿਹੜੀ ਪਰਾ ਤੇ ਅਪਰਾ ਵਿਦਿਆ ਹੈ, ਵੇਦ ਵੀ ਆਪ ਜੀ ਨੂੰ ਬੇਨਤੀ ਕਹਿੰਦੇ ਹਨ। ਮੈਂ ਦਾਨਵ ਕਿਹ ਲੇਖੇ ਬਪੁਰਾ। ਇਹ ਭਗਵਾਨ ਪਰਮੇਸ਼ਰ, ਮੈਂ ਤੇ ਦੈਂਤਾਂ ਦੀ ਕੁਲ ਵਿੱਚ ਪੈਦਾ ਹੋਇਆ ਪ੍ਰਹਿਲਾਦ, ਤੇ ਮੈਂ ਕਿਸ ਲੇਖੇ ਵਿੱਚ ਹਾਂ? ਮੈਂ ਵਿਚਾਰਾ ਕਿਸ ਲੇਖੇ ਵਿੱਚ? ਆਪ ਜੀ ਨੂੰ ਤੇ ਵੇਦਾਂ ਦੀ ਵਿਦਿਆ ਵੀ ਬੇਨਤੀ ਕਹਿ ਰਹੀ ਹੈ। ਔਰ ਨਹੀਂ ਕੋ ਗਤ ਜਾਣੇ। हे ਪਰਮੇਸ਼ਰ, ਮੈਂ ਤੁਹਾਡੀ ਹੋਰ ਕੋਈ ਹਾਲਤ ਨਹੀਂ ਜਾਣੀ ਹੈ, ਭਾਵ ਮੈਂ ਤੁਹਾਡੀ ਕੋਈ ਅਵਸਥਾ ਨਹੀਂ ਜਾਣੀ ਹੋਰ। ਨਿਸ਼ਚੈ ਮੈਂ ਇੱਕ ਰੀਤ ਪਛਾਨੇ। ਨਿਰਣਾ ਕਰਕੇ ਭਰੋਸੇ ਨਾਲ ਇੱਕੋ ਹੀ ਤੁਹਾਡੀ ਰੀਤੀ ਮਰਿਆਦਾ ਪਛਾਣੀ ਹੈ ਮੈਂ ਸਿਰਫ। ਕਿਹ ਪ੍ਰਕਾਰ ਨਹਰੀ ਜਹੋ ਆਪ। ਕਿ ਆਪ ਜੀ ਕਿਸੇ ਤਰ੍ਹਾਂ ਵੀ ਨਾਲ ਨਹੀਂ ਰੀਝਦੇ, ਪ੍ਰਸੰਨ ਨਹੀਂ ਹੁੰਦੇ। ਕਰਹੁ ਭਗਤ ਪੇਖ ਕੈ ਦੁਖ ਖਪ। ਜਿਹੜੇ ਆਪ ਭਗਤ ਭਗਤੀ ਕਰਨ ਵਾਲੇ ਤੁਹਾਡੀ ਭਗਤੀ ਕਰਦੇ ਆ, ਉਹ ਭਗਤਾਂ ਨੂੰ ਜਦੋਂ ਤੁਸੀਂ ਵੇਖਦੇ ਹੋ ਨਾ ਦੁੱਖ ਵਿੱਚ, ਉਹਨਾਂ ਦਾ ਦੁੱਖ ਨਹੀਂ ਵੇਖ ਸਕਦੇ। ਉਹ ਭਗਤਾਂ ਦਾ ਦੁੱਖ ਨਾਸ ਕਰਦੇ। ਉਹ ਸੰਤਨ ਦੁੱਖ ਪਾਏ ਤੇ ਦੁਖੀ। ਜੇ ਸੰਤ ਦੁਖੀ ਹੈ ਤੇ ਦੁਖੀ ਹੋ ਜਾਂਦਾ ਭਗਵਾਨ ਪਰਮੇਸ਼ਰ, ਜੇ ਸੰਤ ਸੁਖੀ ਹੈ ਤੇ ਉਹ ਸੁਖੀ ਹੋ ਜਾਂਦਾ ਹੈ। 10 ਗੁਣ ਸੰਜੋਤ ਜੋ ਦਿਜਲ ਹੋਈ। हे ਪਰਮੇਸ਼ਰ, ਜੇ ਬ੍ਰਾਹਮਣ ਬੜੀ ਵਿਦਿਆ ਪੜ੍ਹ ਕੇ 10 ਗੁਣਾਂ ਦੇ ਸਹਿਤ ਹੋ ਜਾਏ। ਭਗਤ ਬਹੀਨਾ ਪ੍ਰਸੀਦ ਨਾ ਕੋਈ। ਭਗਤੀ ਤੋਂ ਹੀਣਾ ਹੋਵੇ, ਭਗਤੀ ਤੋਂ ਬਿਨਾ ਹੋਵੇ, ਤੇ ਤੁਹਾਨੂੰ ਮਹਾਰਾਜੋ 10 ਗੁਣਾਂ ਵਾਲਾ ਵੀ ਪ੍ਰਸੰਨ ਨਹੀਂ ਕਰ ਸਕਦਾ, ਖੁਸ਼ ਨਹੀਂ ਕਰ ਸਕਦਾ। ਆਪ 10 ਗੁਣਾਂ ਨੂੰ ਵੀ ਕੁਝ ਨਹੀਂ ਜਾਣਦੇ। 10 ਗੁਣਾ ਹੀਨਾ ਜੇ ਇਹ ਚੰਡਾਲਾ। 10 ਗੁਣਾਂ ਤੋਂ ਹੀਣਾ ਹੋਵੇ ਜੇ ਚੰਡਾਲ। ਪ੍ਰੇਮ ਭਗਤ ਮਹਿ ਮਗਨ ਵਿਸਾਲਾ। ਉਹ ਚੰਡਾਲ ਭਾਵੇਂ ਨੀਚ ਜਾਤੀ ਦਾ ਹੈ, ਫਿਰ ਉਹਦੇ ਵਿੱਚ 10 ਗੁਣ ਨਹੀਂ ਹੈ, ਪਰ ਹੇ ਪਰਮੇਸ਼ਰ, ਜੇ ਉਹ ਤੇਰੀ ਭਗਤੀ ਵਿੱਚ ਮਸਤ ਰਹਿੰਦਾ, ਲੀਨ ਰਹਿੰਦਾ ਹਰ ਵਕਤ। ਇਹ ਸਮ ਤੁਮ ਕੋ ਅਪਰ ਨਾ ਪਿਆਰਾ। ਉਹ ਚੰਡਾਲ ਦੇ ਸਮਾਨ ਤੈਨੂੰ ਕੋਈ ਨਹੀਂ ਹੋਰ ਪਿਆਰਾ। ਇਹ ਨਿਰਣੈ ਮੈਂ ਹਿਰਦੈ ਵਿਚਾਰਾ। ਇਹ ਜਿਹੜਾ ਨਿਰਣੈ ਕਰਕੇ ਮੈਂ ਹਿਰਦੇ ਵਿੱਚ ਵਿਚਾਰਿਆ, ਪਰਮੇਸ਼ਰ ਤੈਨੂੰ ਭਗਤੀ ਪਾਉਂਦੀ ਹੈ, ਤੈਨੂੰ ਗੁਣ ਨਹੀਂ ਪਾਉਂਦੇ ਮਨੁੱਖ ਦੇ। ਜੇ 32 ਲੱਛਣ ਵੀ ਹੋਣਗੇ ਨਾ, ਤਾਂ ਉਹ ਪਰਮਾਤਮਾ ਨੂੰ ਨਹੀਂ ਪਾਉਂਦੇ 32 ਲੱਛਣ। ਆ ਜਿਵੇਂ ਆ ਬੋਲੀਆਂ ਬੋਲਦੇ ਨਾ ਅਸੀਂ ਮਿੱਠੀਆਂ ਫਿੱਕੀਆਂ, ਜੀ ਘਰ ਵਿੱਚ ਕਰਦੇ ਹਾਂ, ਪਰ ਜੇ ਅਸੀਂ ਸਿਮਰਨ ਨਹੀਂ ਕਰਦੇ, ਗੁਰਬਾਣੀ ਨਹੀਂ ਪੜ੍ਹਦੇ, ਗੁਰੂ ਦੀ ਸੇਵਾ ਨਹੀਂ ਕਰਦੇ, ਉਹ ਜੀ ਸਭ ਇੱਥੇ ਰਹਿ ਜਾਣੀ ਹੈ। ਜਿਨ੍ਹਾਂ ਨੇ ਭਗਤੀ ਕੀਤੀ ਹੈ, ਨਾਮ ਜਪਿਆ ਹੈ ਪਰਮੇਸ਼ਰ ਦਾ, ਉਹ ਪਰਮੇਸ਼ਰ ਨੂੰ ਪਾਉਂਦੇ। ਬਾਕੀ ਜੀ ਵਾਲੇ ਤੇ ਸਾਰੇ ਇੱਥੇ ਰਹਿ ਜਾਂਦੇ। ਜੀ ਵਾਲੇ ਤੇ ਪੜ੍ਹੇ ਲਿਖੇ ਆਮ ਹੀ ਹੁੰਦੇ ਆ। ਤੇ ਹੇ ਪਰਮੇਸ਼ਰ, ਜਿਹੜੇ ਤੇਰੇ ਭਾਵੇਂ ਚੰਡਾਲ ਹੋਵੇ, ਉਹਦੇ 'ਚ 10 ਗੁਣ ਵੀ ਨਾ ਹੋਣ, ਨਾ ਉਹ ਪੜ੍ਹਿਆ ਲਿਖਿਆ ਹੀ ਹੋਵੇ,
ਪਰ ਉਹ ਜੇ ਤੇਰੀ ਭਗਤੀ ਕਰਦਾ ਤੈਨੂੰ ਪਿਆਰਾ ਹੈ। ਭਗਤ ਨਾਮਦੇਵ ਜੀ ਲਿਖਦੇ, ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ। ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਨਾ ਸਿਮਰਦੇ, ਕਹਿੰਦੇ ਉਹਨਾਂ ਦਾ ਮੈਂ ਦਰਸ਼ਨ ਨਹੀਂ ਕਰਨਾ ਚਾਹੁੰਦਾ। ਉਹਨਾਂ ਦਾ ਦਰਸ਼ਨ ਕਰਨਾ ਚਾਹੁੰਦੇ ਜਿਹੜੇ ਰੰਗ ਵਿੱਚ ਰੰਗੇ ਹੋਏ ਐ। ਦੋਹਰਾ ਜਗ ਦਾਨ ਤਪ ਧਰਮ ਸਤ। ਕਹਿ ਰਹੇ ਫਿਰ ਭਗਤ ਪ੍ਰਹਿਲਾਦ ਜੀ, ਪਰਮੇਸ਼ਰ ਭਾਵੇਂ ਉਹ ਬ੍ਰਾਹਮਣ ਬੜੇ ਜਗ ਕਰਦਾ ਹੋਵੇ, ਉਹ ਦਾਨ ਪੁੰਨ ਵੀ ਬੜਾ ਕਰਦਾ ਹੋਵੇ, ਸਰੀਰ ਨੂੰ ਤਾ ਕੇ ਤਪ ਕਰੇ, ਆਪਣੇ ਸਵੈ ਧਰਮ 'ਚ ਪੱਕਾ ਹੋਵੇ, ਧਰਮੀ ਹੋਵੇ, ਸਤ ਪ੍ਰਤੱਗੀ ਹੋਵੇ, ਸੱਚ ਵੀ ਬੋਲਦਾ ਹੋਵੇ, 5 ਗੁਣ ਹਨ ਇਹ। ਸਮ ਦਮ ਧੀਰਜਵੰਤ। ਆਪਣੇ ਇਹ ਮਨ ਨੂੰ ਐ ਰੋਕਿਆ ਹੋਵੇ ਵਿਕਾਰਾਂ ਵੱਲੋਂ, ਵਿਸ਼ਿਆਂ ਵੱਲੋਂ। ਦਮ ਇੰਦਰੀਆਂ ਦਾ ਦਮਨ ਕੀਤਾ ਹੋਵੇ, ਅੱਖਾਂ ਨਾਲ ਮਾੜਾ ਨਾ ਵੇਖੇ, ਕੰਨਾਂ ਨਾਲ ਮਾੜਾ ਸੁਣੇ ਨਾ, ਰਸਨਾ ਨਾਲ ਮਾੜਾ ਬੋਲੇ ਨਾ। ਜੇ ਇਹੋ ਜਿਹਾ ਇੰਦਰੀਆਂ ਦਾ ਦਮਨ ਵੀ ਕੀਤਾ ਹੋਵੇ, ਫਿਰ ਧੀਰਜ ਵਾਲਾ ਹੋਵੇ ਬਹੁਤ। ਸਹਿਨਸ਼ੀਲ ਮਤ ਸਰ ਰਹਿਤ। ਸਹਿਣ ਸਹਾਰਨ ਸ਼ਕਤੀ ਦਾ ਸੁਭਾਅ ਬੜਾ ਹੋਵੇ, ਈਰਖਾ ਤੋਂ ਰਹਿਤ ਹੋਵੇ। 10 ਗੁਣ ਇਹੀ ਗਨੰਤ। ਇਹ ਜਿਹੜੇ 10 ਗੁਣ ਗਿਣੇ ਜਾਂਦੇ ਹਨ। ਚੌਪਈ ਦਿਜ ਕੁਲ ਮਾਨ ਭਰੇ ਔਰ ਭਾਰੀ। ਫਿਰ ਚੰਗਾ ਪੜ੍ਹਿਆ ਲਿਖਿਆ ਹੋਵੇ, 10 ਗੁਣ ਹੋਣ, ਬ੍ਰਾਹਮਣਾਂ ਦੀ ਕੁਲ ਵਿੱਚ ਜਨਮ ਹੋਇਆ ਹੋਵੇ, ਹਿਰਦੇ ਵਿੱਚ ਬੜਾ ਮਾਨ ਨਾ ਭਰਿਆ ਹੋਵੇ, ਹੰਕਾਰੀ ਹੋਵੇ ਵੀ ਮੈਂ ਤੇ ਬ੍ਰਾਹਮਣ ਹਾਂ। ਭਗਤ ਹੀਣ ਗੁਣ ਅਗ ਅਨੁਸਾਹੇ। ਭਗਤ ਹੀਣ ਗੁਣ ਅਗ ਅਨਹਾਰੇ। ਹੇ ਭਗਵਾਨ, ਉਹ ਜੇ ਭਗਤੀ ਤੋਂ ਬਿਨਾਂ ਹੈ ਨਾ, ਉਹਦੇ ਵਿੱਚ 10 ਗੁਣ ਹੈ, ਅਤੇ ਉਹ 10 ਗੁਣ ਵੀ ਉਹਦੇ ਪਾਪ ਹੀ ਹਨ, ਪਾਪਾਂ ਦੇ ਤੁੱਲ ਹੈ। ਮੰਨ ਲਓ ਵੀ ਉਹ 10 ਜਿਹੜੇ ਗੁਣ ਧਾਰੇ, ਉਹ 10 ਪਾਪ ਹੀ ਲੈ ਕੇ ਬੈਠਾ ਹੈ ਉਹ ਬ੍ਰਾਹਮਣ। ਨੀਚ ਜਾਤ ਤਜ ਕਰ ਮਨ ਮਾਨਾ। ਜਿਨਨੇ ਆਪਣਾ ਮਨ ਵਿੱਚ ਮੰਨ ਕੇ, ਮਨ ਦਾ ਹੰਕਾਰ ਛੱਡ ਕੇ ਦੇ ਨੀਚ ਜਾਤ ਵਿੱਚ ਤੈਨੂੰ ਜਪਿਆ ਹੈ। ਤੁਮਰੇ ਸੇਵਹਿ ਚਰਨ ਮਹਾਨਾ। ਤੁਹਾਡੇ ਜਿਹੜੇ ਚਰਨ ਹੈ ਮਹਾਨ, ਜਿਨੇ ਨੀਵੀਂ ਜਾਤ ਵਿੱਚ ਰਹਿ ਕੇ ਵੀ ਸੇਵੇ ਹੈ, ਤੁਹਾਡੇ ਚਰਨਾਂ ਦੀ ਸੇਵਾ ਕੀਤੀ ਹੈ, ਮਾਣ ਹੰਕਾਰ ਛੱਡ ਕੇ, ਹਉਮੈ ਨੂੰ ਤਿਆਗ ਕਰਕੇ। ਹੇ ਪਰਮੇਸ਼ਰ, ਉਹ ਮਹਾਨ ਹੈ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਸੋ ਪਾਵਨ ਹੋਇ ਕਰ ਸਰਬੰਗਾ। ਉਹ ਪੁਰਖ ਨੀਵੀਂ ਜਾਤ ਵਾਲਾ ਵੀ ਸਭ ਤਰ੍ਹਾਂ ਕਰਕੇ, ਸਾਰੇ ਸਰੀਰ ਕਰਕੇ ਪਵਿੱਤਰ ਹੋ ਜਾਂਦਾ ਹੈ। ਉਹ ਪਵਿੱਤਰ ਹੈ ਮਨੁੱਖ। ਉਹ ਤੇ ਉਹਦੀ ਐਸਾ ਹੈ ਜਿਵੇਂ ਗੁਰਬਾਣੀ 'ਚ ਆਉਂਦਾ, ਜਿਉਂ ਮੀਂਹੇ ਮੁੱਠੈ ਗਲੀਆਂ ਨਾਲਿਆਂ ਟੋਭਿਆਂ ਕਾ, ਜਲ ਜਾਏ ਪਵੈ ਵਿੱਚ ਸੁਰਸਰੀ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਜਿਵੇਂ ਮੀਂਹ ਪੈਂਦਾ, ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ ਗੰਦਾ ਹੁੰਦਾ, ਉਹ ਫਿਰ ਸਿੱਧਾ ਜਾ ਕੇ ਜਦੋਂ ਵਹਿ ਕੇ ਪੈ ਜਾਂਦਾ ਹੈ ਗੰਗਾ ਨਦੀ ਵਿੱਚ, ਤੇ ਉਹ ਵੀ ਪਵਿੱਤਰ ਹੋ ਜਾਂਦਾ। ਇਸੇ ਤਰ੍ਹਾਂ ਭਗਵਾਨ ਜਿਹੜੇ ਸਤ ਸੰਗਤ ਰੂਪੀ ਨਦੀ ਵਿੱਚ ਤੇਰੇ ਨਾਮ ਨੂੰ ਜਪ ਕੇ, ਪ੍ਰੇਮ ਰੂਪੀ ਜਲ ਵਿੱਚ ਟੁੱਬੀਆਂ ਮਾਰ ਕੇ ਇਸ਼ਨਾਨ ਕਰ ਲੈਂਦੇ ਹੈ, ਉਹ ਪਵਿੱਤਰ ਹੋ ਜਾਂਦੇ ਭਗਤ ਜਨ। ਔਰ ਨਕੇਰ ਕਰਹਿ ਅਗ ਭੰਗਾ। ਉਹ ਤੇ ਐਸਾ ਮਹਾਨ ਹੋ ਜਾਂਦਾ ਵੀ ਹੋਰਾਂ ਦੇ ਵੀ ਪਾਪ ਨਾਸ ਕਰ ਦਿੰਦਾ ਉਹ ਮਨੁੱਖ। ਸੁਨ ਮਮ ਬਿਨਤੀ ਤਿਰ ਭਵਨ ਸਾਈ। ਇਹ ਭਾਈ ਬਾਲਾ ਜੀ, ਜਦੋਂ ਮੈਂ ਇਹੋ ਜਿਹੇ ਬਚਨ ਕਹੇ, ਸੁਣ ਕਰਕੇ ਮੇਰੀ ਬੇਨਤੀ, ਜੋ ਤਿੰਨਾਂ ਭਵਨਾਂ ਦੇ ਮਾਲਕ ਹਨ ਭਗਵਾਨ ਪਰਮੇਸ਼ਰ। ਸਾਤ ਰੋਸ ਕਰ ਗਿਰਾ ਅਲਾਈ। ਆਪਣਾ ਗੁੱਸਾ ਜਿਹੜਾ ਨੂੰ ਸ਼ਾਂਤ ਕਰਕੇ ਬਚਨ ਕਿਹਾ। ਕਹੋ ਪ੍ਰਹਿਲਾਦ ਭਗਤ ਤੂੰ ਪੂਰਾ। ਕਹਿਣ ਲੱਗੇ ਭਗਵਾਨ, ਹੈ ਪ੍ਰਹਿਲਾਦ ਭਗਤ,
ਤੂੰ ਤੇ ਮੇਰਾ ਪੂਰਾ ਹੀ ਭਗਤ ਹੈ। ਕੋ ਭੇਦ ਤੇ ਹੋਏ ਨਾ ਊਰਾ। ਕਿਸੇ ਤਰ੍ਹਾਂ ਵੀ ਤੂੰ ਊਣਾ ਨਹੀਂ ਹੈ, ਸਖਣਾ ਨਹੀਂ ਹੈ, ਤੇਰੇ 'ਚ ਕੋਈ ਨਹੀਂ ਹੈ ਕਮੀ। ਪਰ ਜਾਚੋ ਜੋ ਹੋਇ ਚਿਤ ਮਾਹੀ। ਜੋ ਤੇਰੇ ਚਿੱਤ ਵਿੱਚ ਹੈ, ਜੋ ਤੂੰ ਚਾਹੁੰਦਾ ਹੈ ਭਗਤ ਪ੍ਰਹਿਲਾਦ, ਉਹ ਅੱਜ ਮੇਰੇ ਕੋ ਵਰ ਮੰਗ ਲਾ। ਤੋਤੇ ਨਹਿ ਅਦੇ ਮੁਝ ਪਾਹੀ। ਮੇਰੇ ਪਾਸ ਤੇਰੇ ਤੋਂ ਕੋਈ ਅਦੇ ਵਸਤੂ ਨਹੀਂ ਹੈ, ਭਾਵ ਐਸੀ ਕੋਈ ਵਸਤੂ ਨਹੀਂ ਹੈ ਵੀ ਜਿਹੜੀ ਤੈਨੂੰ ਦੇ ਨਾ ਸਕਾਂ। ਸਭ ਕੁਝ ਹੈ ਮੇਰੇ ਪਾਸ ਤੈਨੂੰ ਦੇਣ ਵਾਸਤੇ। ਸੁਨ ਕਰ ਮੈਂ ਪੁਨ ਗਿਰਾ ਬਖਾਨੇ। ਸੁਣ ਕਰਕੇ ਭਾਈ ਬਾਲਾ ਜੀ ਮੈਂ ਭਗਵਾਨ ਨੂੰ ਬਚਨ ਕਿਹਾ। ਮਮ ਮਨ ਸਰਬ ਕਾਮਨਾ ਹਾਨੀ। ਇਹ ਭਗਵਾਨ ਜੇ ਤੂੰ ਚਾਹੁੰਦਾ ਹੀ ਹੈ ਵੀ ਮੈਨੂੰ ਕੁਝ ਦੇਣਾ ਹੀ ਹੈ, ਤੇ ਮੇਰੀ ਇਹ ਇੱਛਾ ਹੈ, ਇਹ ਮੇਰਾ ਫੁਰਨਾ ਹੈ ਮਨ ਦਾ ਕਿ ਮੇਰੇ ਮਨ ਵਿੱਚ ਜਿੰਨੀਆਂ ਕਾਮਨਾ ਹੈ, ਜਿੰਨੀਆਂ ਇੱਛਾਵਾਂ, ਉਹ ਸਭ ਨਾਸ ਕਰ ਦੇ। ਜੋਸ ਕਾਮ ਤਵ ਭਗਤ ਕਰੇ। ਇਹ ਭਗਤਾਂ ਦੀ ਅਵਸਥਾ ਦੀ ਗੱਲ ਹੈ ਕਿ ਜਿਹੜੇ ਭਗਤਾਂ ਦਾ ਇਹ ਮਨ ਹੈ ਕਿ ਹੇ ਪਰਮੇਸ਼ਰ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਨਾ ਸਾਨੂੰ ਰਾਜ ਚਾਹੀਦਾ ਹੈ, ਨਾ ਸਾਨੂੰ ਮੁਕਤੀ ਚਾਹੀਦੀ ਹੈ, ਤੇਰੇ ਚਰਨਾਂ ਦਾ ਪ੍ਰੇਮ ਚਾਹੀਦਾ, ਜਿਹਦੇ ਕਰਕੇ ਤੇਰੀ ਸੇਵਾ ਹੀ ਕਰਦੇ ਰਹੀਏ। ਜੇ ਮੁਕਤ ਹੋ ਗਏ ਤੇਰੀ ਸੇਵਾ ਨਹੀਂ ਕਰ ਸਕਾਂਗੇ, ਜੇ ਰਾਜੇ ਬਣ ਗਏ ਤੇ ਫਿਰ ਹੰਕਾਰੀ ਹੋ ਜਾਵਾਂਗੇ। ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ ਹੇ ਪਰਮੇਸ਼ਰ। ਇਸੇ ਕਰਕੇ ਭਗਤ ਜੀ ਨੇ ਕਿਹਾ, ਹੈ ਭਗਵਾਨ ਜੇ ਤੂੰ ਮੇਰਾ ਫੁਰਨਾ ਪੂਰਾ ਕਰਨਾ ਹੀ ਹੈ, ਮੇਰੇ ਮਨ ਦੀਆਂ ਸਾਰੀਆਂ ਕਾਮਨਾਵਾਂ ਹੀ ਤੂੰ ਨਾਸ ਕਰ ਦੇ, ਕਿਉਂਕਿ ਜਿਹੜੇ ਕਾਮਨਾ ਦੇ ਸਹਿਤ ਤੇਰੀ ਭਗਤੀ ਕਰਦੇ ਹੈ ਪਰਮੇਸ਼ਰ। ਕਨਕ ਸਮਾਨ ਜਾਣੀਏ ਤੇ। ਉਹ ਭਗਤ ਦੇ ਬਾਣੀਏ ਸਮਾਨ ਜਾਣ ਲਓ। ਜਿਵੇਂ ਬਾਣੀਏ ਦੀ ਹੱਟੀ ਵਿੱਚ ਬੜਾ ਸਮਾਨ ਭਰਿਆ ਹੁੰਦਾ ਹੈ, ਇਸੇ ਤਰ੍ਹਾਂ ਉਹ ਭਗਤ ਬਾਣੀਏ ਹੱਟੀ ਵਰਗਾ ਹੀ ਹੈ, ਜਿਹਦੇ ਅੰਦਰ ਆ ਕਾਮਨਾ ਭਰੀਆਂ ਹੋਈਆਂ ਤੇ ਭਗਤ ਬਣਿਆ ਫਿਰਦਾ। ਉਹ ਭਗਤ ਕਿੱਥੇ ਹੋ ਗਿਆ? ਤੇ ਬਾਣੀਆਂ ਹੀ ਹੋ ਗਿਆ। ਭਗਤ ਮਹਾਰਾਜ ਕਹਿੰਦੇ, ਹੇ ਭਗਵਾਨ, ਉਹ ਤੇ ਬਾਣੀਏ ਸਮਾਨ ਹੈ ਜਿਹੜਾ ਕਾਮਨਾ ਜਿਹੀਆਂ ਰੱਖ ਕੇ ਤੇ ਤੇਰੀ ਭਗਤੀ ਕਰਦਾ ਹੈ। ਸ੍ਰੀ ਨਰ ਹਰਿ ਪੁਨ ਬੈਨ ਉਚਾਰੇ। ਉਸ ਵੇਲੇ ਸੋਭਾ ਵਾਲੇ ਨਰ ਸਿੰਘ ਭਗਵਾਨ ਨੇ ਬਚਨ ਕਹੇ, ਭਗਤ ਲਖੋ ਮੁਝ ਮਹਾ ਉਦਾਰੇ। ਕਹਿਣ ਲੱਗੇ, ਹੇ ਭਗਤ ਪ੍ਰਹਿਲਾਦ, ਤੂੰ ਮੈਨੂੰ ਮਹਾਨ ਹੀ ਸਖੀ ਦਾਤਾ ਜਾਣ ਲੈ। ਨਿਸ਼ਚੈ ਸਰਬ ਚਾਹ ਤੈ ਤਿਆਗੀ। ਇਹ ਵੀ ਨਿਸ਼ਚੇ, ਇਹ ਤੇ ਨਿਸ਼ਚਿਤ ਹੀ ਗੱਲ ਹੈ ਕਿ ਸਾਰੀਆਂ ਜਿਹੜੀਆਂ ਚਾਹਨਾ ਕਾਮਨਾਵਾਂ ਤੂੰ ਛੱਡ ਦਿੱਤੀਆਂ ਹਨ। ਤਦਪ ਮੋਹਿ ਤੋਖਾ ਨ ਹਿਤ ਲਾਗੀ। ਫਿਰ ਵੀ ਤੂੰ ਭਗਤ ਮੈਨੂੰ ਪ੍ਰਸੰਨ ਕਰਨ ਵਾਸਤੇ ਕੁਝ ਨਾ ਕੁਝ ਜ਼ਰੂਰ ਮੰਗ। ਮੈਂ ਫਿਰ ਵੀ ਤੇਰੀ ਪ੍ਰਸੰਨਤਾ ਵਿੱਚ ਮੇਰਾ ਪਿਆਰ ਲੱਗ ਰਿਹਾ ਹੈ। ਮੈਂ ਚਾਹੁੰਦਾ ਵੀ ਤੂੰ ਮੇਰੇ ਕੋਲ ਕੁਝ ਨਾ ਕੁਝ ਜ਼ਰੂਰ ਮੰਗ। ਜਾਚਹ ਵਰ ਆਇਸ ਅਨਸਾਰੀ। ਸਾਡੀ ਆਗਿਆ ਹੈ ਵੀ ਤੂੰ ਵਰ ਮੰਗ, ਸਾਡੀ ਆਗਿਆ ਅਨੁਸਾਰ ਹੀ ਹੇ ਭਗਤ ਤੂੰ ਵਰ ਮੰਗ ਲਾ। ਤਨ ਮੈਂ ਤੂੰ ਮੇਰੋ ਹਿਤਕਾਰੀ। ਤੂੰ ਮੇਰਾ ਬੜਾ ਪ੍ਰੇਮੀ ਹੈ ਭਗਤ ਪ੍ਰਹਿਲਾਦ, ਤੂੰ ਤੇ ਸਾਡੇ ਵਿੱਚ ਲੈ ਲਿਵ ਲੀਨ ਹੋਇਆ ਪਿਆ ਹੈ। ਬੰਦ ਹਾਥ ਮੈਂ ਮਾਨ ਰਜਾਇਆ। ਭਾਈ ਬਾਲਾ ਜੀ, ਉਸ ਵੇਲੇ ਮੈਂ ਦੋਵੇਂ ਹੱਥ ਜੋੜ ਕੇ ਤੇ ਭਗਵਾਨ ਦੀ ਆਗਿਆ ਮੰਨ ਕੇ ਕਹਿਓ ਜੇ ਰਾਵਰ ਕੀ ਆਸ ਦਾਇਆ। ਮੈਂ ਕਿਹਾ ਵੀ ਭਗਵਾਨ ਪਰਮੇਸ਼ਰ ਜੀ, ਜੇ ਤੁਹਾਡੀ ਆਪ ਜੀ ਦੀ ਐਸੀ ਦਇਆ ਮਿਹਰ ਹੋਈ ਹੈ, ਸਰਬ ਕਾਮਨਾ ਉਰ ਜਰ ਜਾਵਹਿ। ਸਾਰੀਆਂ ਜਿਹੜੀਆਂ ਕਾਮਨਾ ਹੈ ਉਹ ਮੇਰੇ ਹਿਰਦੇ ਵਿੱਚੋਂ ਜਲ ਜਾਣ, ਸੜ ਜਾਣ। ਤਬ ਪਗ ਭਗਤ ਸਦਾ ਰਤ ਭਾਵਹਿ। ਤੇਰੇ ਜਿਹੜੇ ਮਹਾਰਾਜ ਭਗਵਾਨ ਚਰਨ ਹੈ,
ਉਹ ਚਰਨਾਂ ਦੀ ਭਗਤੀ ਵਿੱਚ ਹੀ ਮੇਰੀ ਪ੍ਰੀਤੀ ਸਦਾ ਭਾਵੇ, ਮੈਨੂੰ ਚੰਗੀ ਲੱਗੇ ਤੁਹਾਡੇ ਚਰਨਾਂ ਦੀ ਪ੍ਰੀਤੀ। ਆਸ ਕਹਿ ਬਾਰ ਬਾਰ ਸਿਰ ਨਿਆਈ। ਇਸ ਤਰ੍ਹਾਂ ਕਹਿ ਕੇ ਭਗਤ ਪ੍ਰਹਿਲਾਦ ਜੀ ਨੇ ਵਾਰ-ਵਾਰ ਆਪਣਾ ਸਿਰ ਨਵਾਇਆ। ਰਹਿਓ ਚਰਨ ਪੰਕਜ ਲਪਟਾਈ। ਕਹਿੰਦੇ ਵੀ ਭਾਈ ਬਾਲਾ ਜੀ ਮੈਂ ਭਗਵਾਨ ਦੇ ਚਰਨਾਂ ਨਾਲ ਹੀ ਲੱਗਾ ਰਿਹਾ ਉਸ ਵੇਲੇ। ਹੋਇ ਪ੍ਰਸੰਨ ਭਗਤਨ ਗੁਣ ਖਾਨੀ। ਉਸ ਵੇਲੇ ਜੋ ਭਗਵਾਨ ਹੈ ਭਗਤਾਂ ਨੂੰ, ਜੋ ਭਗਤਾਂ ਉੱਪਰ ਪ੍ਰਸੰਨ ਹੁੰਦੇ ਆ, ਗੁਣਾਂ ਦੀ ਖਾਨ ਹਨ। ਮ੍ਰਿਦੁਲ ਮధుਰ ਬੋਲੇ ਸੁਠ ਬਾਣੀ। ਬੜੇ ਸੋਹਣੇ ਬਚਨ, ਮਿੱਠੇ ਤੇ ਕੋਮਲੀ ਬਚਨ ਬੋਲੇ ਐ ਪਿਆਰੇ। ਸਦਾ ਅਚਲ ਸੁਖ ਦੋਨੋਂ ਲੋਕਾ। ਕਹਿਣ ਲੱਗੇ ਠੀਕ ਹੈ ਭਗਤ, ਜੇ ਤੂੰ ਠੀਕ ਹੈ ਵੀ ਤੇਰਾ ਕੋਈ ਫੁਰਨਾ ਨਹੀਂ ਹੈ, ਤੂੰ ਨਹੀਂ ਚਾਹੁੰਦਾ ਮੰਗਣਾ, ਪਰ ਅਸੀਂ ਤੈਨੂੰ ਦੇਣਾ ਚਾਹੁੰਦੇ ਹਾਂ ਸਦਾ ਹੀ ਜਿਹੜਾ ਅਚਲ ਸੁਖ ਹੈ ਦੋਵਾਂ ਲੋਕਾਂ ਦਾ। ਨਿਰਸੰਦੇਹ ਹੋਇ ਭੋਗ ਅਸੋਕਾ। ਤੂੰ ਬਿਨਾਂ ਸ਼ੋਕ ਗਮ ਤੋਂ ਹੋ ਕੇ, ਸੰਸੇ ਤੋਂ ਬਿਨਾਂ ਹੋ ਕੇ ਉਹ ਦੋਵੇਂ ਸੁਖ ਭੋਗ, ਇਹ ਸੰਸਾਰ ਵਿੱਚ ਹੀ ਸੁਖ ਭੋਗ ਤੇ ਪਰਲੋਕ ਵਿੱਚ ਵੀ ਸੁਖ ਭੋਗ। ਸਭ ਦਾਨਵ ਕੋ ਹੋ ਪਵਾਲਾ। ਹੁਣ ਭਗਤ ਪ੍ਰਹਿਲਾਦ ਆਪਣੇ ਪਿਤਾ ਤੋਂ ਬਾਅਦ ਸਾਰੇ ਦੈਂਤਾਂ ਦਾ ਤੂੰ ਰਾਜਾ ਹੋ ਜਾ, ਬਾਦਸ਼ਾਹ ਹੋ ਜਾ। ਕਰਹੁ ਰਾਜ ਬੈਸੇ ਚਿਰਕਾਲਾ। ਬਹੁਤ ਲੰਬਾ ਸਮਾਂ ਬੈਠੇ ਹੋਏ ਰਾਜ ਭਾਗ ਕਰ। ਉਦੋਂ ਤੇ ਜਿਹੜੀ ਸਤਜੁਗ ਵਿੱਚ ਉਮਰ ਵੀ ਲੱਖਾਂ ਵਰਿਆਂ ਦੀ ਹੁੰਦੀ ਸੀ। ਸਰਬ ਸ਼੍ਰੋਮਣ ਭਗਤ ਹਮਾਰਾ। ਕਿਉਂਕਿ ਤੂੰ ਸਾਰੇ ਭਗਤਾਂ ਵਿੱਚੋਂ ਸਾਡਾ ਸ਼੍ਰੋਮਣੀ ਵੱਡਾ ਭਗਤ ਹੈ। ਸਵੈ ਨਾ ਸਕਹਿ ਮਦ ਮਾਨ ਵਿਕਾਰਾ। ਹੋਰ ਵੀ ਅਸੀਂ ਬਚਨ ਕਰਦੇ ਵੀ ਤੈਨੂੰ ਜਿਹੜਾ ਹੈ ਨਾ ਮਾਣ ਦੀ ਮਸਤੀ, ਵਿਕਾਰਾਂ ਦੀ ਮਸਤੀ ਛੋ ਨਹੀਂ ਸਕੇਗੀ। ਸੁਨ ਇਵ ਬਾਚ ਜੋ ਕਹੇ ਜਗਨਾਥਾ। ਸੁਣ ਕਰਕੇ ਭਗਤ ਜੀ ਐਵੇਂ ਬਚਨ ਜੋ ਜਗਤ ਦੇ ਮਾਲਕ ਪਰਮੇਸ਼ਰ ਨੇ, ਭਗਵਾਨ ਨੇ ਕਹੇ ਸੀ। ਬੋਲਿਓ ਮੈਂ ਨਾਏ ਪਗ ਮਾਥਾ। ਕਹਿੰਦੇ ਐ ਭਾਈ ਬਾਲਾ ਜੀ ਮੈਂ ਆਪਣਾ ਮੱਥਾ ਭਗਵਾਨ ਦੇ ਚਰਨਾਂ ਪਰ ਨਵਾ ਕੇ ਤੇ ਬੋਲਿਆ। ਮਮ ਪਿਤ ਆਤਸ਼ਾ ਅਗੀ ਮਲੀਨਾ। ਮੈਂ ਕਿਹਾ ਹੈ ਭਗਵਾਨ, ਮੇਰਾ ਜੋ ਪਿਤਾ ਹਰਨਾਕਸ਼ ਹੈ ਉਹ ਬੜਾ ਤਗੜਾ ਪਾਪੀ ਤੇ ਗੰਦਾ ਮੈਲਾ ਸੀ। ਨਿੰਦਕ ਹੋਏ ਦਰੋਹ ਤੁਮ ਕੀਨਾ। ਤੁਹਾਡਾ ਬੜਾ ਤਗੜਾ ਹੀ ਨਿੰਦਕ ਹੋ ਕੇ ਤੁਹਾਡੇ ਨਾਲ ਉਹਨੇ ਵੈਰ ਕੀਤਾ। ਦੀਨ ਦਿਆਲ ਇਸ ਕੀ ਗਤ ਕੀਜੈ। ਮੇਰੀ ਤੇ ਇਹੀ ਬੇਨਤੀ ਹੈ ਤੁਹਾਡੇ ਅੱਗੇ ਕਿ ਜੋ ਹੈ ਦੀਨਤਾ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਮੇਰੇ ਇਹ ਗੰਦੇ ਜਿਹੜਾ ਮੇਰਾ ਪਾਪੀ ਪਿਤਾ ਸੀ ਉਹਦੀ ਤੁਸੀਂ ਗਤੀ ਕਰ ਦਈਏ, ਕਲਿਆਣ ਕਰ ਦਈਏ। ਸਭ ਅਪਰਾਧ ਬਖਸ਼ ਕਰ ਦੀਜੈ। ਜਿਹੜੇ ਕੋਈ ਸਾਰੇ ਉਸਨੇ ਅਪਰਾਧ ਗੁਨਾਹ ਕੀਤੇ ਇਹ ਭਗਵਾਨ ਉਹਨਾਂ ਨੂੰ ਬਖਸ਼ਣਾ ਕਰ ਦਈਏ। ਹੁਣ ਤੁਮ ਸੋ ਕੀਨ ਵਿਰੋਧ ਮਲੀਨੇ। ਇਸ ਮੈਲੇ ਗੰਦੇ ਮੇਰੇ ਪਿਓ ਨੇ ਤੁਹਾਡੇ ਨਾਲ ਬਹੁਤ ਵੈਰ ਵਿਰੋਧ ਕੀਤਾ ਸੀ। ਕਹੇ ਕੋ ਬਚਨ ਕੁਟਿਲ ਮਤ ਹੀਨੇ। ਆਕਲ ਮਤ ਤੋਂ ਹੀਣੇ ਨੇ ਬੜੇ ਟੇਢੇ ਤੇ ਖੋਟੇ ਬਚਨ ਤੁਹਾਨੂੰ ਕਹੇ ਸਨ ਭਗਵਾਨ ਜੀ। ਸਭ ਔਗਣ ਮੈਂ ਪੂਰਨ ਪਾਪੀ। ਇਹ ਮੇਰਾ ਪਿਤਾ ਸਾਰੇ ਔਗਣਾਂ ਵਿੱਚ ਹੀ, ਮੈਂ ਦਾ ਅਰਥ ਇੱਥੇ ਵਿੱਚ ਤੇ ਪੂਰਨ ਦਾ ਅਰਥ ਭਰਿਆ, ਸਾਰੇ ਔਗਣਾਂ ਵਿੱਚ ਹੀ ਭਰਿਆ ਹੋਇਆ ਸੀ ਪਾਪੀ ਮੇਰਾ ਪਿਓ। ਬਿਨਾ ਕਾਜ ਜਗ ਜੀਵ ਸੰਤਾਪੀ। ਐਵੇਂ ਬਿਨਾ ਕਿਸੇ ਕੰਮ, ਬਿਨਾ ਮਤਲਬ ਹੀ ਜੀਵਾਂ ਜਗਤ ਦੇ ਜੀਵਾਂ ਨੂੰ ਦੁੱਖ ਦੇਣ ਵਾਲਾ ਹੋ ਰਿਹਾ ਸੀ। ਤੁਮਰੋ ਜਗ ਮੈਂ ਬਿਰਧ ਸੁਹਾਵਨਾ। ਪਰ ਭਗਵਾਨ ਪਰਮੇਸ਼ਰ ਤੁਹਾਡਾ ਤੇ ਸੰਸਾਰ ਵਿੱਚ ਬਿਰਧ ਧਰਮ ਹੈ ਸੋਭਨੀਕ। ਦੀਨ ਨਿਵਾਜ ਪਤਿਤ ਕੇ ਪਾਵਨਾ। ਕਿ ਗਰੀਬਾਂ ਨੂੰ ਨਵਾਜਣਾ, ਦੁਖੀਆਂ ਨੂੰ ਨਵਾਜਣਾ ਤੇ ਪਾਪੀਆਂ ਨੂੰ ਪਵਿੱਤਰ ਕਰਨਾ, ਇਹ ਤੇ ਤੁਹਾਡਾ ਬਿਰਧ ਹੀ ਹੈ। ਉਹ ਭਗਤ ਜੀ ਦੇ ਬਚਨ ਆਉਂਦੇ ਆ ਨਾ ਗੁਰਬਾਣੀ ਵਿੱਚ, ਜੋ ਪੇ ਹਮਨਾ ਪਾਪ ਗ੍ਰੰਥਾ ਅਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਹੈ ਪਰਮੇਸ਼ਰ, ਜੇ ਅਸੀਂ ਪਾਪ ਹੀ ਨਾ ਕਰਦੇ ਤੇ ਤੁਹਾਡਾ ਨਾਮ ਪਤਿਤ ਪਾਵਨ ਕਿਸ ਤਰ੍ਹਾਂ ਹੁੰਦਾ। ਅਸੀਂ ਪਾਪ ਕਰਦੇ, ਅਸੀਂ ਪਾਪੀ ਹੋਣੇ ਆ
ਤੁਸੀਂ ਸਾਨੂੰ ਪਵਿੱਤਰ ਕਰ ਦਿੰਦੇ ਹੋ, ਜਿਹਦੇ ਕਰਕੇ ਤੁਹਾਡਾ ਨਾਮ ਇਹ ਪਤਿਤ ਪਾਵਨ ਪਿਆ ਹੋਇਆ ਹੈ। ਛਿਮਾ ਧਾਰ ਦੀਜਾ ਤਿਹ ਮੁਖਾ। ਛਿਮਾ ਹੀ ਧਾਰ ਕੇ ਮੇਰੇ ਪਿਤਾ ਪਾਪੀ ਨੂੰ ਮੁਕਤੀ ਦੇ ਦਈਏ ਭਗਵਾਨ। ਏਕ ਨਾ ਗੁਨੀਏ ਮਨ ਮੈਂ ਦੁਖਾ। ਕਿ ਉਹਦੇ ਵਿੱਚ ਕਿੰਨੇ ਦੋਸ਼ ਔਗਣ ਅਪਰਾਧ ਸਨ, ਇੱਕ ਵੀ ਆਪਣੇ ਮਨ ਵਿੱਚ ਨਾ ਵਿਚਾਰੀਏ। ਸ੍ਰੀ ਨਰ ਸਿੰਘ ਕਿਰਪਾ ਰਸ ਪੀਨੇ। ਉਸ ਵੇਲੇ ਭਾਈ ਬਾਲਾ ਜੀ ਸੋਭਾ ਵਾਲੇ ਨਰਸਿੰਘ ਭਗਵਾਨ ਕਿਰਪਾ ਦੇ ਰਸ ਵਿੱਚ ਭਿੱਜ ਗਏ, ਕਿਰਪਾ ਦੇ ਪ੍ਰੇਮ ਦੇ ਵਿੱਚ ਹੀ ਭਿੱਜ ਗਏ। ਬੋਲੇ ਬਿਗਸਤ ਭਜਨ ਪਰਬੀਨੇ। ਕਹਿੰਦੇ ਮੈਨੂੰ ਹੱਸਦਿਆਂ ਹੋਇਆਂ ਅੰਤਰਜਾਮੀ ਪਰਮੇਸ਼ਰ ਭਗਵਾਨ ਹੱਸਦਿਆਂ ਹੋਇਆਂ ਹੀ ਬਚਨ ਬੋਲੇ। ਜਿਹ ਕੁਲ ਜਨਮਿਓ ਤੂੰ ਮਮ ਦਾਸਾ। ਕਹਿੰਦੇ ਭਗਤ ਪ੍ਰਹਿਲਾਦ, ਜਿਹੜੀ ਕੁਲ ਵਿੱਚ ਤੇਰੇ ਵਰਗਾ ਮੇਰਾ ਦਾਸ ਸੇਵਕ ਜਨਮਿਆ ਹੋਵੇ। ਭਗਤ ਕੀਨ ਦ੍ਰਿੜ ਲਖਿਓ ਨਾ ਤਰਾਸਾ। ਤੂੰ ਤੇ ਬੜਾ ਪੱਕਾ ਹੋ ਕੇ ਤਕੜੇ ਹੋ ਕੇ ਸਾਡੀ ਭਗਤੀ ਕੀਤੀ ਹੈ, ਕਿਸੇ ਦਾ ਡਰ ਨਹੀਂ ਜਾਣਿਆ ਤੇ ਭਗਤੀ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਵੀ ਲਿਖਦੇ ਹੈ, ਪ੍ਰਹਿਲਾਦ ਦੁਬਦਾ ਨਾ ਪੜੈ ਹਰ ਨਾਮ ਨਾ ਛੋੜੈ, ਡਰੇ ਨਾ ਕਿਸੇ ਦਾ ਡਰਾਇਆ। ਕਹਿੰਦੇ ਹੈ ਭਗਵਾਨ ਵੀ ਤੂੰ ਕਿਸ ਦਾ ਡਰਾਇਆ ਡਰਿਆ ਹੀ ਨਹੀਂ ਹੈ ਪ੍ਰਹਿਲਾਦ। ਉਹ ਸੰਦੇਹ ਤਿਹ ਪਿਤ ਗਤਕਾਰੇ। ਫਿਰ ਉਹ ਕੀ ਸੰਦੇਸ਼ ਸ਼ੰਕਾ ਹੈ ਕਿ ਤੇਰੇ ਜਿਹੜੇ ਪਿਤਾ ਦੀ ਉਹ ਮੁਕਤੀ ਨਾ ਹੋਵੇ, ਉਹਦੀ ਤੇ ਸੁਭਾਵਕ ਹੀ ਮੁਕਤੀ ਕਰ ਦਿੱਤੀ ਅਸਾਂ। ਜਗ ਸਾਗਰ ਕੁਲ 21 ਸਿਤਾਰੇ। 21 ਸਿਤਾਰੇ। ਹੈ ਭਗਤ ਪ੍ਰਹਿਲਾਦ, ਇਹ ਸੰਸਾਰ ਸਮੁੰਦਰ ਤੋਂ ਤੇਰੀਆਂ ਤੇ ਹੀ 21 ਕੁਲਾਂ ਹੀ ਤਾਰ ਦਿੱਤੀਆਂ ਹੈ, ਜਿਹੜੀਆਂ 7 ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ ਤੇ 7 ਸਹੁਰਿਆਂ ਦੀਆਂ, ਇਹ 21 ਕੁਲਾਂ ਹੁੰਦੀਆਂ। ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ, ਗੁਰਬਾਣੀ ਦਾ ਵੀ ਪ੍ਰਮਾਣ ਹੈ। ਇਹ ਭਗਤ ਜੀ ਨੂੰ ਕਹਿਣ ਲੱਗੇ ਭਗਵਾਨ ਵੀ ਤੇਰੇ ਤੇ 21 ਕੁਲਾਂ ਹੀ ਤਾਰ ਦਿੱਤੀਆਂ ਇਹ ਸੰਸਾਰ ਸਮੁੰਦਰ ਤੋਂ। ਅਸ ਕਹਿ ਦੀਨ ਰਾਜ ਅਬਖੇਕਾ। ਭਾਈ ਬਾਲਾ ਜੀ ਇਸ ਤਰ੍ਹਾਂ ਕਹਿ ਕਰਕੇ ਤੇ ਮੈਨੂੰ ਰਾਜ ਦਾ ਤਿਲਕ ਦੇ ਦਿੱਤਾ ਉਸ ਵੇਲੇ। ਕਿਰਪਾ ਧਾਰ ਮੁਝ ਸਹਤ ਬਬੇਕਾ। ਬੜੀ ਕਿਰਪਾ ਹੀ ਧਾਰ ਕੇ ਗਿਆਨ ਦੇ ਸਹਿਤ ਰਾਜ ਤਿਲਕ ਵੀ ਦੇ ਦਿੱਤਾ। ਬਹਰੋ ਸ੍ਰੀ ਨਰ ਸਿੰਘ ਮਹਾਨਾ। ਮੋੜ ਜੋ ਸ੍ਰੀ ਭਗਵਾਨ ਨਰਸਿੰਘ ਜੀ ਹਨ, ਸਭ ਦੇਖਤ ਭੇ ਅੰਤਰ ਧਿਆਨਾ। ਸਾਡੇ ਸਾਰੇ ਦੇਖਦਿਆਂ ਆ ਦੇਵ 33 ਕਰੋੜ ਦੇਵਤੇ ਹੋਰ ਜਿੰਨੇ ਵੀ ਦੈਂਤ ਆਦਿਕ ਦੇਖ ਰਹੇ ਸਨ, ਕਹਿੰਦੇ ਸਾਡੇ ਦੇਖਦਿਆਂ ਦੇਖਦੇ ਅੰਤਰ ਧਿਆਨ ਹੋ ਗਏ, ਗੁਪਤ ਹੋ ਗਏ। ਸੋ ਪ੍ਰਭ ਅਬ ਕਲ ਕਾਲ ਮਝਾਰਾ। ਭਗਤ ਪ੍ਰਹਿਲਾਦ ਜੀ ਕਹਿ ਰਹੇ ਇਸੇ ਤਰ੍ਹਾਂ, ਹੈ ਭਾਈ ਬਾਲਾ ਜੀ, ਉਹ ਜੋ ਪ੍ਰਭੂ ਮੇਰੀ ਰੱਖਿਆ ਕਰਨ ਵਾਸਤੇ ਨਰਸਿੰਘ ਰੂਪ ਦਾ ਅਵਤਾਰ ਧਾਰਿਆ ਸੀ, ਹੁਣ ਉਸ ਨੇ ਕਲਯੁਗ ਦੇ ਸਮੇਂ ਵਿੱਚ ਭਗਤ ਸਰੂਪ ਧਰਿਓ ਅਵਤਾਰਾ। ਭਗਤ ਦਾ ਸਰੂਪ ਦਾ ਅਵਤਾਰ ਧਾਰਿਆ ਹੈ। ਨਰ ਮਲੀਨ ਅਗ ਪੀਨ ਨਿਹਾਰੇ। ਕਿਉਂਕਿ ਭਗਵਾਨ ਨੇ ਜਿਹੜੇ ਮਨੁੱਖ ਹੈ ਕਲਯੁਗ ਦੇ ਬੜੇ ਮੈਲੇ ਪਾਪੀ ਤੇ ਤਗੜੇ ਪਾਪੀ ਦੇਖੇ ਐ। ਤਿਨ ਹੈ ਬਤਾਵਨ ਪੰਥ ਸੁਖਾਰੇ। ਐਸੇ ਪਾਪੀ ਜੀਵਾਂ ਨੂੰ ਜਿਹੜਾ ਹੈ ਭਾਵ ਭਗਤੀ ਦਾ ਸੌਖਾ ਸੁਖ ਵਾਲਾ ਰਸਤਾ ਦਿਖਾਉਣ ਵਾਸਤੇ ਜਿਹੜਾ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ। ਦਾਸ ਜਾਨ ਮੁਝ ਦਰਸ਼ਨ ਦੀਨਾ। ਮੈਨੂੰ ਆਪਣਾ ਸੇਵਕ ਜਾਣ ਕੇ ਦਰਸ਼ਨ ਦਿੱਤਾ ਹੈ। ਤਬ ਤਨ ਧਰ ਨਰ ਹਰ ਰਖ ਕੀਨਾ। ਮੈਨੂੰ ਤੇ ਭਾਈ ਬਾਲਾ ਐਵੇਂ ਪ੍ਰਤੀਤ ਹੋ ਰਿਹਾ ਕਿ ਉਸ ਵੇਲੇ ਤੇ ਭਗਵਾਨ ਨੇ ਨਰਸਿੰਘ ਦਾ ਸਰੀਰ ਧਾਰਨ ਕੀਤਾ ਸੀ ਤੇ ਨਰਸਿੰਘ ਰੂਪ ਧਾਰ ਕੇ ਮੇਰੀ ਰੱਖਿਆ ਕੀਤੀ ਸੀ। ਮੋਹੇ ਸੰਗ ਇਮ ਭਾਬਰ ਤੰਤੇ। ਉਦੋਂ ਤੇ ਨਰਸਿੰਘ ਦਾ ਅਵਤਾਰ ਧਾਰ ਕੇ ਮੇਰੀ ਰੱਖਿਆ ਕੀਤੀ ਤੇ ਹੁਣ ਮੈਨੂੰ ਪ੍ਰਤਾਖੀ ਗੁਰੂ ਨਾਨਕ ਸਾਹਿਬ ਰੂਪ ਵਿੱਚ ਹੋ ਕੇ ਦਰਸ਼ਨ ਦਿੱਤਾ ਹੈ। ਇਸ ਤਰ੍ਹਾਂ ਭਾਈ ਬਾਲਾ ਮੇਰੇ ਨਾਲ ਇਹ ਪ੍ਰਸੰਗ ਹੋਇਆ ਹੈ, ਜਿਹੜੀ ਇਹ ਕਥਾ ਹੋਈ। ਸੁਨੋ ਕਾਨ ਬਾਲੇ ਮਤਵੰਤੇ। ਇਹ ਭਾਈ ਬਾਲੇ ਮਹਾਨ ਅਕਲ ਮਤ ਵਾਲੇ, ਚੰਗੀ ਅਕਲ ਵਾਲੇ,
ਇਹ ਕੰਨ ਦੇ ਕੇ ਸੁਣੋ ਜੀ। ਸ੍ਰੀ ਅੰਗਦ ਸੁਨਿਏ ਮਨ ਲਾਏ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਮਨ ਲਾ ਕੇ ਸੁਣੀਏ। ਸੁਣੀ ਸਰਬ ਜਬ ਕਥਾ ਸੁਹਾਈ। ਜਦੋਂ ਭਗਤ ਪ੍ਰਹਿਲਾਦ ਜੀ ਤੋਂ ਸਾਰੀ ਜਿਹੜੀ ਕਥਾ ਸੋਭਨੀਕ ਹੈ, ਚੰਗੀ ਤਰ੍ਹਾਂ ਵਿਸਥਾਰ ਨਾਲ ਸੁਣੀ ਹੈ। ਬੰਦ ਹੱਥ ਮੈਂ ਬੰਦਨ ਕੀਨੇ। ਮੈਂ ਦੋਵੇਂ ਹੱਥ ਜੋੜ ਕੇ ਭਗਤ ਜੀ ਨੂੰ ਨਮਸਕਾਰ ਕੀਤੀ। ਭਗਤਨ ਤੇ ਮਹਿਮਾ ਵਡ ਚੀਨੇ। ਭਗਤ ਸਾਰੇ ਭਗਤਾਂ ਵਿੱਚੋਂ ਵੱਡੀ ਮਹਿਮਾ ਜਾਣੀ ਹੈ ਭਗਤ ਪ੍ਰਹਿਲਾਦ ਜੀ ਦੀ। ਕਿਤਕ ਕਾਲ ਸ੍ਰੀ ਗੁਰ ਤਿਹ ਪਾਸਾ। ਕਿੰਨਾ ਸਮਾਂ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਭਗਤ ਪ੍ਰਹਿਲਾਦ ਜੀ ਦੇ ਕੋਲ ਰਹਿ ਕਰ ਕੀਨੇ ਬਚਨ ਬਿਲਾਸਾ। ਉੱਥੇ ਪ੍ਰਹਿਲਾਦਪੁਰੀ ਵਿੱਚ ਰਹਿ ਕਰਕੇ ਹੀ ਬਚਨ ਵਿਲਾਸ ਕੀਤੇ। ਕਰੀ ਪਰਸ ਪਰ ਦੋਹੇ ਦਿਸ਼ ਬੰਦਨਾ। ਫਿਰ ਚੱਲਣ ਤੋਂ ਪਹਿਲਾਂ ਆਪੋ ਵਿੱਚ ਹੀ ਦੋਵੇਂ ਤਰਫਾਂ ਤੋਂ ਨਮਸਕਾਰ ਕੀਤੀ ਹੈ। ਭਗਤ ਪ੍ਰਹਿਲਾਦ ਜੀ ਨੇ ਜਾਣਿਆ ਵੀ ਇਹ ਪਰਮੇਸ਼ਰ ਹੈ। ਗੁਰੂ ਨਾਨਕ ਸਾਹਿਬ ਜੀ ਮੱਥਾ ਟੇਕਿਆ ਤੇ ਆਪਣੇ ਭਗਤ ਨੂੰ ਪ੍ਰੇਮ ਕਰਦੇ ਹੋਏ ਭਗਤ ਪ੍ਰਹਿਲਾਦ ਜੀ ਨੂੰ ਨਮਸਕਾਰ ਕੀਤੀ ਹੈ ਸਤਿਗੁਰਾਂ ਨੇ। ਅਗਰਜ ਗਮਨੇ ਦੋਖ ਨਿਕੰਦਨਾ। ਫਿਰ ਇਸ ਤਰ੍ਹਾਂ ਨਮਸਕਾਰਾਂ ਆਪੋ ਵਿੱਚ ਹੀ ਕਰਕੇ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਭਗਤ ਪ੍ਰਹਿਲਾਦ ਜੀ ਤੋਂ ਵਿਦਿਆ ਲੈ ਕੇ ਅੱਗੇ ਜਿਹੜੇ ਚਲੇ ਗਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਪ੍ਰਹਿਲਾਦ ਪ੍ਰਸੰਗ ਵਰਣਨ ਨਾਮ 69ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਜਿਹੜੇ 69 ਅਧਿਆਏ ਹੈ ਸਮਾਪਤ ਹੋ ਗਿਆ। ਭਗਤ ਪ੍ਰਹਿਲਾਦ ਜੀ ਦਾ ਪ੍ਰਸੰਗ ਵੀ ਸਮਾਪਤ ਹੋ ਗਿਆ ਹੈ, ਜੋ ਕੁਝ ਦਿਨਾਂ ਤੋਂ ਆਪਾਂ ਸਰਵਣ ਕਰ ਰਹੇ ਸਾਂ। ਵਿਸਥਾਰ ਦੇ ਨਾਲ ਇੱਥੇ ਪ੍ਰਸੰਗ ਆਇਆ ਹੈ। ਉਂਝ ਕੁਝ ਜਿਹੜਾ ਪ੍ਰਸੰਗ ਹੈ ਇੱਥੇ ਨਹੀਂ ਆਇਆ ਹੈ। ਉਹ ਸੰਤ ਜਿਹੜੇ ਸੰਤ ਵਰਿਆਮ ਸਿੰਘ ਜੀ ਹੋਏ ਹੈ, ਉਹਨਾਂ ਸੰਤ ਵਰਿਆਮ ਸਿੰਘ ਜੀ ਹੋਣਾ ਨੇ ਇੱਕ ਭਗਤ ਪ੍ਰਹਿਲਾਦ ਜੀ ਦੇ ਸੰਬੰਧ ਵਿੱਚ ਸਾਖੀ ਸੁਣਾਈ ਸੀ ਕਿ ਜਿਸ ਵੇਲੇ ਹਰਨਾਕਸ਼ ਨੇ ਆਪਣਾ ਰਾਜ ਭਾਗ ਕਾਇਮ ਕੀਤਾ, ਇਹਨੇ ਇੰਨਾ ਨਾਸਤਕਪੁਣਾ ਫੈਲਾ ਦਿੱਤਾ ਵੀ ਸਾਰੇ ਪਾਸੇ ਇਹ ਕਹਿੰਦਾ ਸੀ ਵੀ ਮੇਰਾ ਹੀ ਨਾਮ ਲਿਆ ਜਾਏ। ਇਹ ਕਹਿਣ ਲੱਗਾ ਵੀ ਕੋਈ ਰੱਬ ਨਹੀਂ ਹੈ, ਆਦਮੀ ਹੀ ਰੱਬ ਹੈ, ਜਿਹੜਾ ਚੰਗੀ ਅਕਲ ਮੱਤ ਵਾਲਾ, ਜਿਹੜਾ ਸ਼ਕਤੀਸ਼ਾਲੀ, ਜਿਵੇਂ ਮੈਂ ਰਾਜਾ ਹਾਂ, ਸ਼ਕਤੀਸ਼ਾਲੀ ਹਾਂ, ਸਭ ਕੁਝ ਜੋ ਕਰ ਸਕਦਾ ਹੈ, ਮੇਰੇ ਵਰਗਾ ਬਸ ਉਹੀ ਰੱਬ, ਹੋਰ ਕੋਈ ਰੱਬ ਨਹੀਂ ਹੈ। ਤੇ ਜਿਸ ਕਰਕੇ ਨੇ ਸਕੂਲਾਂ ਵਿੱਚ ਵੀ ਪਾਠਸ਼ਾਲਾ ਵਿੱਚ ਵੀ ਕਹਿੰਦਾ ਵੀ ਮੇਰੇ ਬਾਰੇ ਪੜ੍ਹਾਇਆ ਜਾਏ। ਧਰਮ ਦੀ, ਅਰਥ ਦੀ, ਕਾਮ ਦੀ ਵਿੱਦਿਆ ਤੇ ਪੜ੍ਹਾਉਣੀ ਹੈ, ਮੁਕਤੀ ਦੀ ਵਿੱਦਿਆ ਨਹੀਂ ਪੜ੍ਹਾਉਣੀ ਹੈ। ਤੇ ਇਹ ਕਹਿੰਦਾ ਸੀ ਪਾਠ ਪੜ੍ਹਾਇਆ ਜਾਏ, ਜਲੇ ਹਰਨਾਕਸ਼ ਥਲੇ ਹਰਨਾਕਸ਼, ਇਹਾਂ ਹਰਨਾਕਸ਼ ਉਹਾਂ ਹਰਨਾਕਸ਼। ਇੱਕ ਤੇ ਹੈ ਨਾ ਵੀ ਜਲਸ ਤੂੰ ਹੀ, ਥਲਸ ਤੂੰ ਹੀ, ਬ੍ਰਿਸ਼ਸ ਤੂੰ ਹੀ, ਬ੍ਰਤਸ ਤੂੰ ਹੀ, ਵੀ ਹੇ ਪਰਮੇਸ਼ਰ ਤੂੰ ਹੀ ਹੈ ਸਾਰੇ ਪਾਸੇ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਇਹ ਹਰਨਾਕਸ਼ ਕਹਿੰਦਾ ਵੀ ਜਲੇ ਹਰਨਾਕਸ਼, ਜਲ ਵਿੱਚ ਵੀ, ਥਲ ਵਿੱਚ ਵੀ, ਇੱਥੇ ਵੀ, ਉੱਥੇ ਵੀ, ਲੋਕ ਵਿੱਚ ਵੀ, ਪਰਲੋਕ ਵਿੱਚ ਵੀ ਹਰਨਾਕਸ਼ ਹੈ। ਇੱਧਰ ਇਸ ਦਾ ਆਪਣਾ ਹੀ ਪੁੱਤਰ ਭਗਤ ਪ੍ਰਹਿਲਾਦ ਜਦੋਂ ਪੜ੍ਹਨ ਦੇ ਲਾਇਕ ਹੋਇਆ ਤੇ ਇਸ ਨੇ ਪੜ੍ਹਨ ਲਈ ਸੰਡੇ ਮਰ ਕੇ ਕੋਲ ਭੇਜਿਆ। ਤੇ ਇੱਕ ਦਿਨ ਭਗਤ ਪ੍ਰਹਿਲਾਦ ਜੀ ਉਹ ਵੱਗੀ ਵਿੱਚ ਚੜ੍ਹੇ ਹੋਏ ਰਥ ਵਿੱਚ ਬੈਠੇ ਜਾ ਰਹੇ ਸਨ। ਤੇ ਜਦੋਂ ਜਾ ਰਹੇ ਸੀ ਤੇ ਰਸਤੇ ਵਿੱਚ ਇਸ ਤਰ੍ਹਾਂ ਆਵਾਜ਼ ਆਈ ਇੱਕ ਘਰ ਵਿੱਚ, ਝੌਂਪੜੀ ਵਿੱਚੋਂ, ਹੇ ਪ੍ਰਭੂ, ਹੇ ਰਾਮ, ਹੇ ਰਾਮ, ਹੇ ਗੋਬਿੰਦ, ਹੇ ਗੋਬਿੰਦ, ਹੁਣ ਤੂੰ ਹੀ ਰੱਖਿਆ ਕਰ ਸਕਦਾ, ਹੋਰ ਕੋਈ ਨਹੀਂ ਰੱਖਿਆ ਕਰ ਸਕਦਾ ਹੈ। ਜਦੋਂ ਇਹ ਆਵਾਜ਼ ਸੁਣੀ ਹੈ ਭਗਤ ਪ੍ਰਹਿਲਾਦ ਜੀ ਨੇ, ਉੱਥੇ ਹੀ ਉਹ ਰਥ ਰੁਕ ਗਿਆ। ਰਥਵਾਈ ਨੂੰ ਕਿਹਾ ਵੀ ਰਥ ਰੋਕ।
ਰੋਗ ਕਰਕੇ ਤੇ ਭਗਤ ਪ੍ਰਹਿਲਾਦ ਜੀ ਉਹ ਝੌਂਪੜੀ ਵਿੱਚ ਚਲੇ ਗਏ। ਕਹਿੰਦੇ ਵੀ ਤੁਸੀਂ ਕੌਣ ਹੋ ਜਿਹੜੇ ਵੀ ਮੇਰੇ ਪਿਤਾ ਤੋਂ ਨਹੀਂ ਡਰਦੇ, ਉਹਦੀ ਆਗਿਆ ਦਾ ਉਲੰਘਣਾ ਕਰ ਰਹੇ ਹੋ, ਗੋਬਿੰਦ ਰਾਮ ਨਾਮ ਜਪ ਰਹੇ ਹੋ, ਕਿ ਤੁਹਾਨੂੰ ਨਹੀਂ ਪਤਾ ਹੈ ਕਿ ਮੇਰੇ ਪਿਤਾ ਦੀ ਆਗਿਆ ਕੀ ਹੈ। ਉਹ ਕਹਿਣ ਲੱਗੇ ਵੀ ਰਾਜਕੁਮਾਰ ਹੁਣ ਤੇ ਸਮਾਂ ਹੀ ਐਸਾ ਬਣ ਆਇਆ ਹੈ ਕਿ ਉਹ ਰਾਮ ਗੋਬਿੰਦ ਹੀ ਜਿਹੜਾ ਰੱਖਿਆ ਕਰ ਸਕਦਾ, ਹੋਰ ਕੋਈ ਨਹੀਂ ਰੱਖਿਆ ਕਰ ਸਕਦਾ, ਹੁਣ ਉਹਦਾ ਹੀ ਨਾਮ ਲੈਣਾ ਯੋਗ ਹੈ। ਇਹ ਕਹਿਣ ਲੱਗੇ ਵੀ ਐਸਾ ਕਿਹੜੀ ਗੱਲ ਬਣ ਗਈ ਹੈ, ਕਿਹੜੀ ਬਾਤ ਬਣ ਗਈ ਹੈ ਜਿਹਦੇ ਨਾਲ ਵੀ ਮੇਰਾ ਪਿਤਾ ਨਹੀਂ ਸਹਾਇਤਾ ਕਰ ਸਕਦਾ, ਵੀ ਇਹ ਤੁਸੀਂ ਨਾਮ ਜਿਹੜਾ ਲੈ ਉਹ ਰੱਖਿਆ ਕਰ ਸਕਦਾ। ਕਹਿੰਦੇ ਵੀ ਰਾਜਕੁਮਾਰ ਅਸੀਂ ਜਿਹੜੇ ਬਰਤਨ ਬਣਾਉਂਦੇ ਆ ਪਿਛਲੇ ਦਿਨਾਂ ਵਿੱਚ ਆ ਬਰਤਨ ਜਿਹੜੇ ਬਣਾਏ ਸੀ ਤੇ ਆ ਹੁਣ ਅਸਾਂ ਨੇ ਉਹ ਆਵੇ ਵਿੱਚ ਰੱਖ ਦਿੱਤੇ ਹੈ ਤੇ ਅੱਗ ਲਾ ਦਿੱਤੀ ਹੈ। ਅੱਗ ਹੁਣ ਪ੍ਰਚੰਡ ਅਗਨੀ ਬਲ ਰਹੀ ਹੈ ਤੇ ਤੁਸੀਂ ਧਿਆਨ ਨਾਲ ਸੁਣੋ ਵੀ ਬਿੱਲੀ ਦੇ ਬਲੂੰਗਣਿਆਂ ਦੀ ਆਵਾਜ਼ ਆ ਰਹੀ ਹੈ। ਉਹ ਅੱਗ ਵਿੱਚੋਂ ਆਵਾਜ਼ ਆ ਰਹੀ ਸੀ, ਮਿਆਉਂ ਮਿਆਉਂ ਬਿੱਲੀ ਦੇ ਬਲੂੰਗੜਿਆਂ ਦੀ। ਇਸ ਕਰਕੇ ਹੁਣ ਰੱਖਿਆ ਉਹ ਭਗਵਾਨ ਪਰਮੇਸ਼ਰ ਹੀ ਕਰ ਸਕਦਾ, ਹੋਰ ਕੋਈ ਨਹੀਂ ਰੱਖਿਆ ਕਰ ਸਕਦਾ। ਅੱਗ ਤੇ ਬਹੁਤ ਜ਼ਿਆਦਾ ਬਲ ਚੁੱਕੀ ਹੈ। ਤੇ ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਵੀ ਤੁਹਾਨੂੰ ਪੱਕਾ ਵਿਸ਼ਵਾਸ ਹੈ ਵੀ ਇਹਦੀ ਰੱਖਿਆ ਇਹਨਾਂ ਦੀ ਹੋ ਜਾਏਗੀ, ਇਹ ਬਚ ਜਾਣਗੇ। ਕਹਿੰਦੇ ਵੇਖੋ ਭਗਤ ਜੀ, ਉਹ ਤੇ ਹੇ ਰਾਜਕੁਮਾਰ ਜੀ, ਉਹ ਤੇ ਭਗਵਾਨ ਪਰਮੇਸ਼ਰ ਐਸਾ ਹੈ, ਉਸ ਦਾ ਨਾਮ ਜੀਵਨ ਤੇ ਮੌਤ ਦੀ ਕੁੰਜੀ ਉਹਦੇ ਹੱਥ ਵਿੱਚ ਹੈ। ਉਹ ਤੇ ਬਿਨਾਂ ਸਵਾਸਾਂ ਤੋਂ ਰੱਖ ਦਿੰਦਾ, ਇਹ ਤੇ ਫਿਰ ਸਵਾਸ ਲੈ ਰਹੇ ਹੈ। ਜਿਵੇਂ ਗੁਰਬਾਣੀ 'ਚ ਆਉਂਦਾ, ਪ੍ਰਭਾਵ ਹੈ ਬਿਨ ਸਾਸ ਤੇ ਰੱਖ ਹੈ, ਦੇ ਪਰਮੇਸ਼ਰ ਨੂੰ ਭਾ ਜਾਵੇ ਬਿਨਾਂ ਸਵਾਸਾਂ ਤੋਂ ਹੀ ਰੱਖ ਲੈਂਦਾ ਉਹ ਮਾਲਕ। ਇਸ ਕਰਕੇ ਉਹੀ ਉਹ ਰੱਖਿਆ ਕਰ ਸਕਦਾ ਹੈ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਠੀਕ ਹੈ, ਜੇ ਉਹ ਰੱਖਿਆ ਕਰ ਸਕਦਾ ਤੇ ਅੱਜ ਜਿਸ ਦਿਨ ਤੁਸੀਂ ਆਪਣਾ ਆਵਾ ਖੋਲ੍ਹਣਾ ਮੈਨੂੰ ਜ਼ਰੂਰ ਸੱਦਿਓ, ਮੈਂ ਵੇਖਣਾ ਚਾਹੁੰਦਾ ਕਿਵੇਂ ਬਲੂੰਗੜੇ ਬਚਦੇ ਹੈ। ਕਹਿੰਦੇ ਠੀਕ ਹੈ। ਉਹ ਅੱਗ ਚੰਗੀ ਤਰ੍ਹਾਂ ਬਾਲ ਕੇ ਜਦੋਂ ਸੇਕਾ ਲੱਗ ਗਿਆ, ਫਿਰ ਜਦੋਂ ਆਵਾ ਖੋਲ੍ਹਣ ਲੱਗੇ ਤੇ ਭਗਤ ਪ੍ਰਹਿਲਾਦ ਜੀ ਰਾਜਕੁਮਾਰ ਸਨ, ਇਹਨਾਂ ਨੂੰ ਬੁਲਾਇਆ। ਜਦੋਂ ਆਵਾ ਖੋਲ੍ਹਿਆ, ਬਿੱਲੀ ਦੇ ਬਲੂੰਗੜੇ ਉਸੇ ਤਰ੍ਹਾਂ ਸਹੀ ਸਲਾਮਤ ਅੰਦਰੋਂ ਨਿਕਲੇ। ਉਹ ਰੱਖਿਆ ਵੇਖ ਕੇ ਭਗਤ ਪ੍ਰਹਿਲਾਦ ਜੀ ਦਾ ਮਨ ਮੰਨ ਗਿਆ ਉੱਥੇ। ਭਾਵੇਂ ਕਿ ਨਾਰਦ ਮੁਨੀ ਜੀ ਨੇ ਉਪਦੇਸ਼ ਦਿੱਤਾ ਹੋਇਆ ਸੀ, ਪਰ ਜਿਹੜਾ ਮਨ ਜਿੰਨਾ ਚਿਰ ਮੰਨੇ ਨਾ ਉਹਨਾਂ ਚਿਰ ਕੁਝ ਹੁੰਦਾ ਨਹੀਂ। ਇਹ ਘਟਨਾ ਵੇਖ ਕੇ ਭਗਤ ਪ੍ਰਹਿਲਾਦ ਜੀ ਦਾ ਬਹੁਤ ਹੀ ਤਗੜਾ ਦ੍ਰਿੜ ਨਿਸ਼ਚਾ ਹੋ ਗਿਆ ਪਰਮੇਸ਼ਰ ਦੇ, ਵੀ ਜੇ ਇਹਦੀ ਰੱਖਿਆ ਕੀਤੀ ਹੈ, ਅੱਗ ਵਿੱਚ ਰੱਖਿਆ ਤੇ ਸਾਨੂੰ ਕਿਉਂ ਨਹੀਂ ਰੱਖੇਗਾ ਉਹ। ਤੇ ਉਹ ਮਨ ਮੰਨ ਗਿਆ। ਮਨ ਮਾਰੇ ਬਿਨ ਭਗਤ ਨਾ ਹੋਈ, ਮਨ ਮਾਰੇ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਤੇ ਜਿਨ੍ਹਾਂ ਦਾ ਮਨ ਮੰਨ ਗਿਆ, ਗੁਰੂ ਜੀ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਮਨ ਮੰਨ ਲਿਆ ਉਹਨਾਂ ਦੀ ਅਵਸਥਾ ਨਹੀਂ ਕਹੀ ਜਾ ਸਕਦੀ। ਪਰ ਜੇ ਕੋ ਮਨ ਜਾਣੈ ਮਨ ਕੋਏ, ਜੇ ਕੋਈ ਮਨ 'ਚ ਮੰਨੇ ਜਾਣੇ ਵਿਚਾਰ ਕਰੇ, ਫਿਰ ਜਾ ਕੇ ਕਿਤੇ ਗੱਲਾਂ ਹੁੰਦੀਆਂ। ਫਿਰ ਭਗਤ ਜੀ ਦਾ ਐਸਾ ਨਿਸ਼ਚਾ ਹੋਇਆ। ਉਹ ਸੰਡਾ ਮਰਕਾ ਕੋ ਜਿੱਥੇ ਪੜ੍ਹਨ ਜਾਇਆ ਕਰਦੇ, ਉੱਥੇ ਹੁਣ ਇੱਕ ਗੱਲ ਨਹੀਂ ਸੁਣਦੇ ਤੇ ਰਾਮ ਰਾਮ ਹੀ ਉਚਾਰਦੇ ਆ, ਗੋਬਿੰਦ ਗੋਬਿੰਦ ਗੋਪਾਲ ਗੋਪਾਲ ਹੀ ਕਹਿੰਦੇ। ਤੇ ਇਹ ਸੰਡਾ ਮਰਕਾ ਬੜੇ ਦੁਖੀ ਹੋਏ। ਤੇ ਜਦੋਂ ਉਹ ਸੰਡਾ ਮਰਕਾ ਇੱਧਰ ਉੱਧਰ ਖਿਸਕ ਜਾਂਦੇ ਤੇ ਬੱਚਿਆਂ ਦੇ ਕੋਲ ਆ ਜਾਂਦੇ ਭਗਤ ਪ੍ਰਹਿਲਾਦ ਜੀ ਦੇ, ਤੇ ਉਹ ਕਹਿੰਦੇ ਆ ਕੇ ਵੀ ਇਹ ਤੁਸੀਂ ਕੀ ਨਾਮ ਲੈਂਦੇ, ਤੁਹਾਨੂੰ ਡਰ ਨਹੀਂ ਲੱਗਦਾ ਹੈ, ਆਪਣੇ ਪਿਤਾ ਦੇ ਬਚਨਾਂ ਦੀ ਉਲੰਘਣਾ ਕਰਦੇ ਤੁਸੀਂ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ, ਕਹਿੰਦੇ ਵੀ ਜੋ ਮੇਰੇ ਪਿਤਾ ਕਹਿੰਦੇ ਆ ਨਾ, ਵੀ ਮੈਂ ਜਲ ਵਿੱਚ ਹਾਂ, ਥਲ ਵਿੱਚ ਹਾਂ, ਹਵਾ ਮੇਰੀ ਆਗਿਆ ਵਿੱਚ ਹੈ, ਤਾਰੇ ਸੂਰਜ ਚੰਦਰਮਾ ਮੇਰੀ ਆਗਿਆ ਵਿੱਚ ਹੁਕਮ ਵਿੱਚ ਹੈ, ਸਭ ਝੂਠ ਬੋਲਦੇ ਹੈ। ਇਹ ਸੰਸਾਰ ਮੰਡਲ ਤੋਂ ਅੱਗੇ ਇੱਕ ਹੋਰ ਮੰਡਲ ਹੈ ਜਿੱਥੇ ਮਨੁੱਖ ਨੂੰ ਲੇਖਾ ਦੇਣਾ ਪੈਂਦਾ ਹੈ। ਉਹ ਮੰਡਲ ਦੀ ਗੱਲ ਹੀ ਹੋਰ ਹੈ। ਤੇ ਇਸ ਕਰਕੇ ਮੇਰੇ ਪਿਤਾ ਝੂਠ ਬੋਲਦੇ ਹੈ। ਇੱਕ ਦਿਨ ਦੀ ਗੱਲ, ਭਗਤ ਪ੍ਰਹਿਲਾਦ ਜੀ ਪਾਣੀ ਦੇ ਕੰਢੇ 'ਤੇ ਖੜੇ ਸਨ। ਉਹ ਪਾਣੀ ਦੇਖੀ ਜਾ ਰਹੇ ਹੈ ਤੇ ਨਾਲ ਦੇ ਜਿਹੜੇ ਦੈਂਤ ਪੁੱਤਰ ਉਹ ਕਹਿਣ ਲੱਗੇ ਵੀ ਤੁਸੀਂ ਕੀ ਵੇਖਦੇ ਹੋ ਭਗਤ ਜੀ, ਰਾਜਕੁਮਾਰ ਜੀ ਤੁਸੀਂ ਕੀ ਵੇਖਦੇ ਹੋ ਪਾਣੀ ਵਿੱਚ।
ਕਹਿੰਦੇ ਮੈਂ ਬੁਲਬੁਲੇ ਦੇਖਦਾ ਹਾਂ। ਕਹਿੰਦੇ ਵੀ ਇਹ ਬੁਲਬੁਲੇ ਵਿੱਚ ਦੇਖਣ ਵਾਲੀ ਕਿਹੜੀ ਗੱਲ ਹੈ? ਕਹਿੰਦੇ ਧਿਆਨ ਨਾਲ ਦੇਖੋ, ਆ ਕਦੀ ਬੁਲਬੁਲੇ ਜਿਹੜੇ ਖਤਮ ਹੋ ਜਾਂਦੇ, ਕਦੀ ਬਣ ਜਾਂਦੇ ਹੈ। ਕਹਿੰਦੇ ਉਹ ਤੇ ਹਾਂ ਸਾਨੂੰ ਵੀ ਦਿਖਦਾ, ਇਹਦੇ ਵਿੱਚ ਵੇਖਣ ਵਾਲੀ ਕਿਹੜੀ ਗੱਲ ਹੈ? ਕਹਿੰਦੇ ਹੈ ਹੇ ਵਿਦਿਆਰਥੀਓ ਸਾਥੀਓ, ਮੈਂ ਇਹਦੇ ਵਿੱਚੋਂ ਬਹੁਤ ਸਬਕ ਲਿਆ ਹੈ। ਇਸੇ ਤਰ੍ਹਾਂ ਮਨੁੱਖ ਹੈ ਬੁਲਬੁਲੇ ਦੀ ਨਿਆਈ, ਪੈਦਾ ਹੁੰਦੇ ਹੈ ਨਾਸ ਹੋ ਜਾਂਦੇ ਹੈ, ਪੈਦਾ ਹੁੰਦੇ ਹੈ ਨਾਸ ਹੋ ਜਾਂਦੇ ਹੈ। ਗੁਰਬਾਣੀ 'ਚ ਵੀ ਬਚਨ ਆਉਂਦਾ ਜੈਸੇ ਜਲ ਮਹਿ ਜੈਸੇ ਜਲ ਮਹਿ, ਕਿ ਜਿਸ ਤਰ੍ਹਾਂ ਜਲ ਵਿੱਚ ਬੁੱਧ ਜਿਸ ਤਰ੍ਹਾਂ ਜਲ ਦੇ ਵਿੱਚ ਉਹ ਬੁਲਬੁਲੇ ਪੈਦਾ ਹੁੰਦੇ ਹੈ, ਅਤੇ ਉਸੇ ਤਰ੍ਹਾਂ ਹੀ ਮਨੁੱਖ ਇਹ ਜਗ ਰਚਨਾ ਜਿਹੜੀ ਰਚੀ ਹੋਈ ਹੈ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੈ ਮੈਂ ਇਹ ਸਬਕ ਸਿੱਖਿਆ ਹੋਇਆ ਹੈ। ਫਿਰ ਤੇ ਭਗਤ ਜੀ ਦਾ ਐਸਾ ਨਿਸ਼ਚਾ ਵੀ ਕੀ ਨਹੀਂ ਕੀਤਾ ਹਰਨਾਕਸ਼ ਨੇ ਭਗਤ ਪ੍ਰਹਿਲਾਦ ਜੀ ਨੂੰ ਮਾਰਨ ਵਾਸਤੇ, ਕੋਈ ਕਮੀ ਨਹੀਂ ਛੱਡੀ ਹੈ। ਇੱਥੋਂ ਤੱਕ ਕਿ ਥੰਮ ਗਰਮ ਕਰਕੇ ਲੋਹੇ ਦਾ ਉਹਦੇ ਨਾਲ ਜੱਫੀ ਪਵਾਉਣੀ ਚਾਹੀ, ਵੀ ਜੱਫੀ ਪਾ ਇਹ ਥੰਮ ਦੇ ਨਾਲ। ਅਤੇ ਭਗਤ ਪ੍ਰਹਿਲਾਦ ਜੀ ਪਹਿਲਾਂ ਤਾਂ ਉਹ ਥੰਮ ਦੇਖਦੇ ਰਹੇ ਹੈ, ਜਦੋਂ ਕੀੜੀ ਉੱਤੇ ਚੱਲਦੀ ਦੇਖੀ ਹੈ ਅਤੇ ਕੀੜੀ ਨੂੰ ਵੇਖ ਕੇ ਭਗਤ ਜੀ ਦਾ ਹੌਸਲਾ ਪਿਆ ਵੀ ਜੇ ਕੀੜੀ ਨਿੱਘੀ ਜੀ ਬਚ ਸਕਦੀ ਤਾਂ ਫਿਰ ਅਸੀਂ ਕਿਉਂ ਨਾ ਰੱਖਿਆ, ਸਾਡੀ ਕਿਉਂ ਨਾ ਭਗਵਾਨ ਕਰੇਗਾ। ਅਤੇ ਉੱਥੇ ਉਹ ਕਈ ਜਿਹੜੇ ਹੈ ਮਹਾਂਪੁਰਸ਼ ਉਹ ਧਾਰਨਾ ਲਾਉਂਦੇ ਹੈ, ਪਾਲੇ ਤੱਤਿਆਂ ਥੰਮਾਂ ਨੂੰ ਜੱਫੀਆਂ ਆਪੇ ਤੈਨੂੰ ਰਾਮ ਰੱਖ ਲੂੰ। ਅਤੇ ਇੱਕ ਉੱਥੇ ਹਜ਼ੂਰ ਸਾਹਿਬ ਵੀ ਬਾਬਾ ਜੀ ਸਨ, ਉਹ ਵੀ ਬੋਲਦੇ ਹੁੰਦੇ ਸਨ ਕਿ ਜੇ ਕੀੜੀ ਨੂੰ ਬੰਦੋ ਰਾਮਾ ਪ੍ਰਹਿਲਾਦ ਡੋਲ ਜਾਂਦਾ। ਹੇ ਰਾਮ ਪਰਮੇਸ਼ਰ, ਜੇ ਤੂੰ ਕੀੜੀ ਨਾ ਬਣ ਕੇ ਦਿਖਾਉਂਦਾ ਥੰਮ ਤੱਤੇ ਉੱਪਰ, ਅਤੇ ਇਹ ਪ੍ਰਹਿਲਾਦ ਡੋਲ ਜਾਂਦਾ। ਇਸ ਤਰ੍ਹਾਂ ਤੂੰ ਕਲਾ ਵਰਤਾਈ। ਇਹ ਜਿਹੜਾ ਪ੍ਰਸੰਗ ਆਪਾਂ ਜਿਹੜਾ ਸੁਣਾਇਆ ਹੈ, ਇਹਦੇ ਵਿੱਚ ਇੱਥੇ ਕਥਾ ਵਿੱਚ ਨਹੀਂ ਆਇਆ ਹੈ, ਇਹ ਸੰਤ ਵਰਿਆਮ ਸਿੰਘ ਜੀ ਨੇ ਆਪਣੀ ਕਥਾ ਵਿੱਚ ਦੱਸਿਆ ਹੋਇਆ, ਉਹਨਾਂ ਬੜੇ ਵਿਸਥਾਰ ਨਾਲ। ਅਤੇ ਫਿਰ ਗੁਰਬਾਣੀ ਵਿੱਚ ਭਗਤ ਪ੍ਰਹਿਲਾਦ ਜੀ ਦੇ ਭਗਤ ਕਬੀਰ ਜੀ ਨੇ ਪ੍ਰਮਾਣ ਦਿੱਤੇ ਹੈ ਕਿ ਹਰਨਾਕਸ਼ ਛੇਦਿਓ ਨਖ ਵਿਦਾਰ, ਪ੍ਰਭ ਥੰਮ ਤੇ ਨਿਕਸੈ ਕੈ ਵਿਸਥਾਰ। ਇਹ ਭਗਤ ਕਬੀਰ ਜੀ ਦਾ ਇਸੇ ਤਰ੍ਹਾਂ ਨਾਮ ਦੇ ਭਗਤ ਜੀ ਨੇ ਬਚਨ ਕਿਹਾ, ਰਾਮ ਕਹਿ ਕਰ ਤਾਲ ਬਜਾਵੇ ਝਟਿਆ ਸਭੇ ਵਿਗਾਰੇ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਗੁਰਬਾਣੀ ਦੇ ਰਾਹੀਂ ਭਗਤ ਜੀ ਦਾ ਜ਼ਿਕਰ ਕੀਤਾ ਹੈ, ਗੁਰੂ ਰਾਮਦਾਸ ਜੀ ਨੇ ਕੀਤਾ ਹੈ। ਅਤੇ ਇਸੇ ਤਰ੍ਹਾਂ ਹੀ ਦੋ ਸ਼ਬਦ ਭੈਰੋ ਰਾਗ 'ਚ ਆਉਂਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਕਥਨ ਕੀਤਾ ਹੈ ਕਿ ਜੁਗ ਜੁਗ ਭਗਤਾਂ ਕੀ ਰੱਖਦਾ ਆਇਆ, ਦੈਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਛੂ ਨਾ ਜਾਣੈ, ਸਭ ਦੇ ਮੇਲ ਮਿਲਾਇਆ। ਕਹਿੰਦੇ ਵੀ ਉਹ ਪ੍ਰਹਿਲਾਦ ਦੈਂਤਾਂ ਦਾ ਪੁੱਤਰ ਸੀ, ਨਾ ਗਾਇਤਰੀ ਮੰਤਰ ਪੜ੍ਹਨਾ ਜਾਣਦਾ, ਨਾ ਤਰਪਣ ਆਦਿਕ ਦੀ ਕਿਰਿਆ ਜਾਣਦਾ, ਪਰ ਪਰਮੇਸ਼ਰ ਨੇ ਉਪਦੇਸ਼ ਰਾਹੀਂ ਆਪਣੇ ਸਰੂਪ ਵਿੱਚ ਉਹਦਾ ਮੇਲ ਮਿਲਾਉਣਾ ਕੀਤਾ ਹੈ। ਯੁੱਗਾਂ ਯੁੱਗਾਂ ਵਿੱਚ ਭਗਤਾਂ ਦੀ ਰੱਖਦਾ ਆਇਆ ਹੈ। ਭਾਈ ਗੁਰਦਾਸ ਜੀ ਲਿਖਦੇ ਹੈ ਕਿ ਜਲ ਅਗਨੀ ਵਿੱਚ ਘੱਤਿਆ, ਜਲੇ ਨਾ ਡੁੱਬੈ ਗੁਰ ਪ੍ਰਸਾਦ, ਕੱਢ ਖੜਗ ਸਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ। ਹਰਨਾਕਸ਼ ਕਹਿੰਦਾ ਹੈ ਉਸ ਵੇਲੇ ਥੰਬ ਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ। ਅਤੇ ਨਰਸਿੰਘ ਭਗਵਾਨ ਪ੍ਰਗਟਿਆ ਥੰਮ ਨੂੰ ਪਾੜ ਕਰਕੇ। ਜਿਹੜਾ ਬੇਮੁਖ ਸੀ ਨਾ ਇਹ ਨਰਸਿੰਘ, ਜਿਹੜਾ ਬੇਮੁਖ ਸੀ ਹਰਨਾਕਸ਼, ਬੇਮੁਖ ਪਕੜ ਪਛਾੜਿਆਨ ਸੰਤ ਸਹਾਈ ਯਾਦ ਜਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਇਹ ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇੱਕ ਸਾਖੀ ਹੁੰਦੀ ਹੈ ਭਗਤ ਪ੍ਰਹਿਲਾਦ ਜੀ ਦੀ, ਜਿਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜ਼ਿਕਰ ਕੀਤਾ ਹੈ। ਉਹ ਬਿਲਾਵਲ ਰਾਗ ਸ਼ਬਦ ਆਉਂਦਾ ਹੈ, ਹਰ 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 ਆਰਾਧੀਐ ਹੋਈਏ ਆਰੋਗ, ਰਾਮਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ। ਉਹ ਸਾਖੀ ਇਵੇਂ ਹੁੰਦੀ ਹੈ ਕਿ ਜਿਸ ਵੇਲੇ ਵਿਸ਼ਨੂੰ ਭਗਵਾਨ ਨੇ ਹਰਨਾਕਸ਼ ਨੂੰ ਮਾਰ ਕੇ ਅਤੇ ਪ੍ਰਹਿਲਾਦ ਨੂੰ ਗੱਦੀ ਉੱਪਰ ਬਿਠਾ ਦਿੱਤਾ, ਪ੍ਰਹਿਲਾਦ
ਗੱਦੀ ਉੱਪਰ ਬੈਠ ਕੇ ਦੈਂਤਾਂ ਉੱਪਰ ਰਾਜ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਕੁਝ ਸਮਾਂ ਬੀਤਿਆ ਤੇ ਜਿਹੜੇ ਦੈਂਤ ਤੇ ਰਾਜੇ ਵਜ਼ੀਰ ਸਨ ਭਗਤ ਪ੍ਰਹਿਲਾਦ ਜੀ ਦੇ, ਉਹ ਫਿਰ ਰੋਜ਼ ਕਹਿਣ ਲੱਗੇ, ਕਹਿੰਦੇ ਵੇਖੋ ਜੀ ਰਾਜਾ ਜੀ, ਲਾਇਕ ਪੁੱਤਰ ਉਹ ਹੁੰਦਾ ਜਿਹੜਾ ਆਪਣੇ ਪਿਓ ਦਾ ਬਦਲਾ ਲਏ। ਤੁਹਾਡੇ ਪਿਓ ਨੂੰ ਵਿਸ਼ਨੂੰ ਨੇ ਮਾਰਿਆ ਹੈ, ਤੁਹਾਨੂੰ ਬਦਲਾ ਲੈਣਾ ਚਾਹੀਦਾ ਉਹਨਾਂ ਪਾਸੋਂ। ਇੱਕ ਦਿਨ ਦੀ ਗੱਲ ਨਹੀਂ ਸੀ, ਕਈ ਸਮਾਂ ਲੰਘ ਗਿਆ ਕਹਿ ਕੇ, ਜਿਹਦੇ ਕਰਕੇ ਭਗਤ ਪ੍ਰਹਿਲਾਦ ਜੀ ਨੂੰ ਮਨ 'ਚ ਸੂਖਮ ਜੀ ਹਉਮੈ ਹੋ ਗਈ ਵੀ ਠੀਕ ਹੈ। ਆਪਣੀਆਂ ਫੌਜਾਂ ਜਿਹੜੀਆਂ ਸਾਰੀਆਂ ਤਿਆਰ ਕਰ ਲਈਆਂ, ਭਗਵਾਨ ਵਿਸ਼ਨੂੰ ਨਾਲ ਜੰਗ ਕਰਨ ਵਾਸਤੇ, ਯੁੱਧ ਕਰਨ ਵਾਸਤੇ ਤੁਰ ਪਏ। ਹੁਣ ਭਗਵਾਨ ਕਿਹੜੀ ਗੱਲ ਤੋਂ ਜਿਹੜੇ ਹੈ ਵੀ ਉਹ ਅੰਤਰਜਾਮਤਾ ਨਹੀਂ ਰੱਖਦੇ, ਸਭ ਪਤਾ ਹੈ। ਉਸੇ ਵੇਲੇ ਇੱਕ ਰਾਮਚੰਦ ਨਾਮੇ ਬ੍ਰਾਹਮਣ ਦੇ ਰੂਪ ਵਿੱਚ ਹੋ ਕੇ, ਬੁੱਢਾ ਬ੍ਰਾਹਮਣ ਬਣ ਕੇ ਤੇ ਅੱਗੇ ਆ ਖੜੇ ਹੋਏ ਰਸਤੇ ਵਿੱਚ। ਪ੍ਰਹਿਲਾਦ ਭਗਤ ਦੀ ਫੌਜ ਬੜੀ ਦੈਂਤਾਂ ਵਾਲੀ ਇਹ ਚੜ੍ਹਦੀ ਆ ਰਹੀ ਸੀ। ਅੱਗੇ ਉਹ ਬ੍ਰਾਹਮਣ ਰੂਪ ਵਿੱਚ ਵਿਸ਼ਨੂੰ ਭਗਵਾਨ ਖੜੇ, ਸੋਟੀ ਹੱਥ 'ਚ ਫੜੀ। ਕਹਿੰਦੇ ਵੀ ਕਿੱਥੇ ਚੱਲੇ ਹੋ? ਪ੍ਰਹਿਲਾਦ ਭਗਤ ਬੋਲੇ, ਕਹਿੰਦੇ ਵੀ ਮੇਰੇ ਪਿਓ ਨੂੰ ਮਾਰਿਆ ਵਿਸ਼ਨੂੰ ਨੇ, ਬਦਲਾ ਲੈਣ ਚੱਲਿਆ ਹਾਂ। ਉਹ ਬੁੱਢਾ ਬ੍ਰਾਹਮਣ ਵੀ ਕਹਿਣ ਲੱਗਾ, ਕਹਿੰਦਾ ਹਾਂ ਮੇਰੇ ਪਿਓ ਨੂੰ ਵਿਸ਼ਨੂੰ ਨੇ ਮਾਰਿਆ ਹੈ, ਚਲੋ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਹਾਂ, ਮੈਂ ਵੀ ਬਦਲਾ ਲੈਣਾ ਹੈ। ਉਹ ਚੱਲ ਪਏ। ਥੋੜ੍ਹੀ ਵਿੱਥ 'ਤੇ ਜਾ ਕੇ ਉਹ ਜੋ ਬੁੱਢਾ ਬ੍ਰਾਹਮਣ ਬਣਿਆ ਸੀ ਨਾ ਵਿਸ਼ਨੂੰ ਭਗਵਾਨ, ਆਪਣੀ ਸੋਟੀ ਥੱਲੇ ਸੁੱਟ ਦਿੱਤੀ ਅਤੇ ਕਿਹਾ ਵੀ ਰਾਜਨ ਮੇਰੀ ਆ ਸੋਟੀ ਚੁੱਕ ਕੇ ਦਿਓ, ਆ ਸੋਟੀ ਉਠਵਾ ਦਿਓ ਕਿਸੇ ਆਪਣੇ ਸੂਰਮੇ ਪਾਸੋਂ। ਉਹ ਵਜ਼ੀਰ ਨੂੰ ਕਿਹਾ, ਭਗਤ ਪ੍ਰਹਿਲਾਦ ਜੀ ਨੇ ਸੋਟੀ ਚੁੱਕ ਦਿਓ ਬਜ਼ੁਰਗ ਦੀ। ਉਹ ਵਜ਼ੀਰ ਚੁੱਕ ਥੱਕ ਗਿਆ, ਸੋਟੀ ਚੁੱਕੀ ਨਾ ਗਈ। ਫਿਰ ਉਹ ਸੂਰਮੇ ਆਏ, ਕਹਿੰਦੇ ਵਜ਼ੀਰਾ ਪਿੱਛੇ ਹਟ, ਤੇਰੇ ਕੋਲ ਨਹੀਂ ਚੁੱਕੀ ਜਾਣੀ। ਉਹ ਸੂਰਮੇ ਕਿੰਨੇ ਲੱਗ ਗਏ, ਉਹ ਸੋਟੀ ਚੁੱਕੀ ਨਾ ਜਾਏ ਕਿਸੇ ਨੂੰ, ਉਹ ਸੋਟੀ ਚੁੱਕੀ ਨਾ ਗਈ। ਫਿਰ ਪ੍ਰਹਿਲਾਦ ਭਗਤ ਆਪਣੇ ਰੱਥ ਤੋਂ ਉਤਰਿਆ, ਕਹਿੰਦਾ ਉਹ ਪਿੱਛੇ ਹਟੋ, ਤੁਹਾਡੇ ਕੋਲ ਸੋਟੀ ਨਹੀਂ ਚੁੱਕੀ ਜਾ ਰਹੀ ਅਤੇ ਤੁਸੀਂ ਆ ਵਿਸ਼ਨੂੰ ਭਗਵਾਨ ਨਾਲ ਕਿੱਥੋਂ ਜੰਗ ਕਰਨੀ, ਪਿੱਛੇ ਹਟੋ ਮੈਂ ਚੁੱਕਦਾ ਹਾਂ। ਜਦੋਂ ਪ੍ਰਹਿਲਾਦ ਭਗਤ ਉਹ ਸੋਟੀ ਚੁੱਕਣ ਲੱਗੇ, ਉਹ ਸੋਟੀ ਇਹਨਾਂ ਕੋਈ ਨਾ ਚੁੱਕੀ ਗਈ। ਬਹੁਤ ਚਿਰ ਚੁੱਕਦੇ ਰਹੇ, ਜਦੋਂ ਥੱਕ ਗਏ ਅਖੀਰੀ ਉਹ ਬੁੱਢਾ ਬ੍ਰਾਹਮਣ ਬੋਲਿਆ, ਕਹਿੰਦੇ ਵਾਹ ਭਗਤ ਪ੍ਰਹਿਲਾਦ, ਨਾ ਤੇਰੇ ਵਜ਼ੀਰਾਂ ਤੋਂ, ਨਾ ਤੇਰੇ ਸੂਰਮਿਆਂ ਤੋਂ, ਨਾ ਤੇਰੇ ਤੋਂ ਸੋਟੀ ਚੁੱਕੀ ਗਈ ਹੈ, ਅਤੇ ਜਿਸ ਵਿਸ਼ਨੂੰ ਭਗਵਾਨ ਨੇ ਤੇਰਾ ਬਲੀ ਪਿਓ ਮਾਰ ਦਿੱਤਾ, ਤੂੰ ਕਿਵੇਂ ਉਹਨਾਂ ਨੂੰ ਮਾਰ ਸਕੇਗਾ, ਕਿਵੇਂ ਬਦਲਾ ਲਏਗਾ ਉਹਨਾਂ ਕੋਲੋਂ? ਤੇਰੇ ਪਾਸ ਤੇ ਸੋਟੀ ਵੀ ਨਹੀਂ ਆ ਚੁੱਕੀ ਗਈ ਹੈ। ਉਸੇ ਵੇਲੇ ਭਗਤ ਪ੍ਰਹਿਲਾਦ ਜੀ ਨੂੰ ਗਿਆਨ ਹੋ ਗਿਆ ਵੀ ਉਹ ਮਨਾ ਪ੍ਰਹਿਲਾਦ ਤੂੰ ਇਹ ਕੀ ਕਰਨ ਲੱਗਾ ਹੈ? ਜਿਸ ਭਗਵਾਨ ਨੇ ਤੈਨੂੰ ਐਸਾ ਮਹਾਨ ਬਣਾਇਆ ਤੂੰ ਉਹਦੇ ਕੋਲ ਬਦਲਾ ਲੈਣ ਚੱਲਿਆ ਹੈ, ਕਿੱਥੋਂ ਬਦਲਾ ਲੈ ਸਕਦਾ? ਉਹ ਤਾਂ ਬੜੇ ਬਲੀ ਹੈ ਮਹਾਨ, ਆਪਣੇ ਆਪ ਨੂੰ ਕਿਉਂ ਭੁੱਲ ਰਿਹਾ? ਫਿਰ ਪਿੱਛੇ ਮੁੜ ਆਏ ਸਨ ਅਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸ਼ਬਦ ਉਚਾਰਨ ਕੀਤਾ ਹੈ, ਹਰ 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 ਆਰਾਧੀਐ ਹੋਈਏ ਆਰੋਗ, ਰਾਮਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ। ਜੋ ਰਾਮਚੰਦ ਨਾਮੇ ਬ੍ਰਾਹਮਣ ਬੁੱਢਾ ਬਣ ਕੇ ਵਿਸ਼ਨੂੰ ਭਗਵਾਨ ਸੀ ਅਤੇ ਉਹਨੇ ਆਪਣੀ ਸੋਟੀ ਸੁੱਟ ਕੇ ਪ੍ਰਹਿਲਾਦ ਭਗਤ ਦੀ ਜਿਹੜੀ ਸੂਖਮ ਜਿਹੜਾ ਹੰਕਾਰ ਹੋਇਆ ਉਹ ਰੋਗ ਮਾਰਿਆ, ਖਤਮ ਕੀਤਾ ਰੋਗ, ਉਹ ਵੀ ਨਹੀਂ ਰਹਿਣ ਦਿੱਤਾ। ਇਸੇ ਤਰ੍ਹਾਂ ਅਰਥ ਹੁੰਦਾ ਵੀ ਰਾਮਚੰਦ ਜੋ ਰਮਿਆ ਹੋਇਆ ਚੰਦਰਮਾ ਪ੍ਰਕਾਸ਼ ਰੂਪ ਹੈ, ਪਰਮਾਤਮਾ ਪਰਮੇਸ਼ਰ, ਉਸ ਨੇ ਆਪਣੀ ਭਗਤੀ ਰੂਪ ਲਾਠੀ ਨਾਲ ਅਗਿਆਨ ਰੂਪੀ ਜਿਹੜਾ ਹੈ ਰੋਗ ਮਾਰਿਆ, ਜੰਮਣ ਮਰਨ ਰੂਪੀ ਰੋਗ ਮਾਰਿਆ, ਹੰਕਾਰ ਹਉਮੈ ਰੂਪੀ ਰੋਗ ਮਾਰਿਆ ਹੈ। ਇਸ ਤਰ੍ਹਾਂ ਉਹ ਸਾਖੀ ਪ੍ਰਮਾਣ ਸਾਧ ਸੰਗਤ ਜੀ ਗੁਰਬਾਣੀ ਦੇ ਰਾਹੀਂ ਆਉਂਦਾ ਹੈ, ਜਿਹੜਾ ਕਿ ਹੋਰਨਾਂ ਪ੍ਰਸੰਗਾਂ ਵਿੱਚ ਨਹੀਂ ਮਿਲਦਾ, ਗੁਰੂ ਮਹਾਰਾਜ ਦੇ ਪ੍ਰਸੰਗਾਂ ਵਿੱਚ ਮਿਲਦਾ ਹੈ। ਇਸ ਤਰ੍ਹਾਂ ਭਗਤ ਪ੍ਰਹਿਲਾਦ ਜੀ ਦਾ ਜਿਹੜੀ ਕਥਾ ਹੋਈ, ਜਿਸ ਤਰ੍ਹਾਂ ਭਗਤ ਮਹਾਰਾਜ ਜੀ ਨੇ ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਨੂੰ ਵਿਸਥਾਰ ਨਾਲ ਆਪਣੀ ਕਥਾ ਸੁਣਾਈ, ਉਸੇ ਤਰ੍ਹਾਂ ਹੀ ਆਪਾਂ ਸਰਵਣ ਕੀਤੀ ਹੈ। ਹੁਣ ਇੱਥੇ ਜਿਹੜੀ ਹੈ ਪ੍ਰਸੰਗ ਦੀ ਸਮਾਪਤੀ ਹੋ ਗਈ ਹੈ। ਜਿਵੇਂ ਅੱਗੇ ਪ੍ਰਸੰਗ ਆਉਣਗੇ ਆਪਾਂ ਸਰਵਣ ਕਰਾਂਗੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਗੁਰੂ ਕੀ ਸੰਗਤ ਬਖਸ਼ਣ ਵਾਲੇ ਬਖਸ਼ ਲੈਣਾ ਜੀ। ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਕੇਤਕ ਕਾਲ ਸ੍ਰੀ ਗੁਰ ਤਿਹ ਪਾਸਾ, ਰਹਿ ਕਰ ਕੀਨੇ ਬਚਨ ਬਿਲਾਸਾ। ਕਰੀ ਪਰਸ ਪਰ ਦੋਹੇ ਦਿਸ਼ ਬੰਦਨਾ, ਅਗਰਜ ਗਮਨੇ ਦੋਖ ਨਿਕੰਦਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ, ਪ੍ਰਹਿਲਾਦ ਪ੍ਰਸੰਗ ਵਰਣਨੰ ਨਾਮ 69ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।